ਸਤਿ ਸ੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ। ਚੋਣ ਦੰਗਲ ਦੇ ਵਿੱਚ ਅਨੇਕਾਂ ਤਰ੍ਹਾਂ ਦੀਆਂ ਗੱਲਾਂ, ਅਨੇਕਾਂ ਤਰ੍ਹਾਂ ਦੇ ਵਿਚਾਰ ਪੈਦਾ ਹੋ ਰਹੇ ਨੇ ਪੰਜਾਬ ਦੀ ਰਾਜਨੀਤੀ ਦੇ ਵਿੱਚ। ਚੋਣਾਂ ਦੇ ਦੌਰਾਨ ਕਈ ਤਰ੍ਹਾਂ ਦੇ ਵਿਚਾਰ ਇਹ ਕਹਿੰਦੇ ਨੇ ਕਿ ਜਿਹੜੀ ਕਿਸਾਨਾਂ ਦੀ ਪਾਰਟੀ ਹੈ, ਸੰਯੁਕਤ ਸਮਾਜ ਮੋਰਚਾ ਜਾਂ ਸੰਯੁਕਤ ਸੰਘਰਸ਼ ਮੋਰਚਾ, ਜਿੰਨੇ ਵੀ ਕਿਸਾਨੀ ਆਗੂ ਨੇ, ਕਿਤੇ ਨਾ ਕਿਤੇ ਇਹਨਾਂ ਦੀ ਆਪਸ ਵਿੱਚ ਵੀ ਨਹੀਂ ਬਣਦੀ। ਕਿਉਂਕਿ ਹੁਣ ਚੜੂਨੀ ਸਾਹਿਬ ਵੀ ਅਲੱਗ ਹੋ ਗਏ ਨੇ ਰਾਜੇਵਾਲ ਸਾਹਿਬ ਨਾਲੋਂ, ਕਿਉਂਕਿ ਟਿਕਟਾਂ ਨੂੰ ਲੈ ਕੇ, ਸੀਟਾਂ ਨੂੰ ਲੈ ਕੇ ਆਪਸ ਦੇ ਵਿੱਚ ਗੱਠਜੋੜ ਨਹੀਂ ਹੋ ਸਕਿਆ, ਆਪਸੀ ਸਹਿਮਤੀ ਨਹੀਂ ਬਣ ਸਕੀ। ਹੁਣ ਇਹ ਵੱਖੋ ਵੱਖ ਚੋਣਾਂ ਲੜਨਗੇ। ਸਮਝ ਨਹੀਂ ਆ ਰਿਹਾ ਇਹ ਹੋ ਕੀ ਰਿਹਾ। ਇਕੱਠੇ ਹੋ ਕੇ ਸੰਘਰਸ਼ ਕੀਤਾ, ਕਿਸਾਨਾਂ ਦੇ ਆਗੂ ਬਣ ਕੇ ਸੰਘਰਸ਼ ਕੀਤਾ ਤੇ ਇਸ ਮੋਰਚੇ ਨੂੰ ਜਿੱਤਿਆ, ਤੇ ਹੁਣ ਆਪਸ 'ਚ ਕਿਉਂ ਨਹੀਂ ਬਣਦੀ? ਜਾਂ ਫਿਰ ਉਦੋਂ ਵੀ ਨਹੀਂ ਬਣਦੀ ਸੀ ਤਾਂ ਇੱਕ ਮੁੱਦੇ ਲਈ ਲੜ ਰਹੇ ਸੀ। ਜਿਵੇਂ ਆਜ਼ਾਦੀ ਦੀ ਲੜਾਈ ਵਾਸਤੇ ਵੀ ਅਸੀਂ ਦੇਖਦੇ ਹਾਂ, ਸਾਨੂੰ 1947 'ਚ ਜਿਹੜੀ ਸਾਨੂੰ ਆਜ਼ਾਦੀ ਮਿਲੀ ਹੈ, ਉਸ ਤੋਂ ਪਹਿਲਾਂ ਵੀ ਇੱਕ ਮੁੱਦੇ ਉੱਤੇ ਲੋਕ ਟਿਕੇ ਹੋਏ ਸੀ। ਆਪਸ ਵਿੱਚ ਟਕਰਾਵ ਸੀ ਕਿਉਂਕਿ ਵਿਚਾਰਧਾਰਾਵਾਂ ਨਹੀਂ ਮਿਲਦੀਆਂ ਸੀ। ਕੋਈ ਗਰਮ ਦਲ ਸੀ, ਕੋਈ ਨਰਮ ਦਲ ਸੀ। ਠੀਕ ਉਸੇ ਤਰ੍ਹਾਂ ਹੁਣ ਵੀ ਉਹੀ ਹੈ, ਕਿਉਂਕਿ ਮਨੁੱਖ ਦਾ ਸੁਭਾਅ ਤਾਂ ਉਹੀ ਹੈ, ਆਪਸ 'ਚ ਬਣਦੀ ਨਹੀਂ। ਪਰ ਇੱਕ ਮੁੱਦੇ ਦੇ ਉੱਤੇ ਤਾਂ ਟਿਕਣਾ ਚਾਹੀਦਾ ਕਿ ਅਸੀਂ ਇੱਕ ਬਦਲਾਅ ਦੇਣਾ ਹੈ, ਇੱਕ ਨਵੀਂ ਪਾਰਟੀ ਦੇਣੀ ਹੈ, ਇੱਕ ਨਵਾਂ ਮਾਹੌਲ ਸਿਰਜਣਾ ਹੈ। ਇਸ ਕਰਕੇ ਮੁੱਦੇ ਦੇ ਉੱਤੇ ਟਿਕੇ ਰਹੋ। ਆਪਸ ਦੇ ਵਿੱਚ ਇਹ ਈਗੋ ਕਲੈਸ਼ ਕਿਉਂ ਹੈ? ਆਪਸ ਦੇ ਵਿੱਚ ਸੰਘਰਸ਼ ਕਿਉਂ ਸ਼ੁਰੂ ਹੋ ਗਿਆ? ਤੇ ਹੁਣ ਕਿਸਾਨ ਵੀ ਵੱਖ-ਵੱਖ ਹੋ ਗਏ ਨੇ। ਸਾਰੀਆਂ ਜਥੇਬੰਦੀਆਂ ਤਾਂ ਪਹਿਲਾਂ ਵੀ ਰਾਜ਼ੀ ਨਹੀਂ ਸੀ, ਪਰ ਹੁਣ ਜੇ ਰਾਜ਼ੀ ਹੋਈਆਂ ਨੇ ਤਾਂ ਆਪਸ ਵਿੱਚ ਫਿਰ ਵਖਰੇਵਾਂ ਹੈ, ਸੀਟਾਂ ਨੂੰ ਲੈ ਕੇ, ਟਿਕਟਾਂ ਨੂੰ ਲੈ ਕੇ। ਅੰਦਰ ਦੀ ਗੱਲ ਇਹ ਵੀ ਆਉਂਦੀ ਹੈ ਕਿ ਇਹ ਕਿਸਾਨ ਮੋਰਚਾ ਜੋ ਸਿਆਸੀ ਪਾਰਟੀ ਦੇ ਰੂਪ ਦੇ ਵਿੱਚ ਉੱਭਰਿਆ ਹੈ, ਇਹ ਕਿਤੇ ਨਾ ਕਿਤੇ ਬੀਜੇਪੀ ਦੀ ਆਪਣੀ ਖੇਡ ਤਾਂ ਨਹੀਂ ਹੈ ਤਾਂ ਕਿ ਕਿਸਾਨਾਂ ਦੀ ਵੋਟ ਤੋੜੀ ਜਾ ਸਕੇ। ਇਹ ਕਿਸਾਨ ਪਾਰਟੀਆਂ ਕਿਸਾਨਾਂ ਦੀ ਵੋਟ ਲੈ ਜਾਣ, ਅਕਾਲੀ ਪਾਰਟੀਆਂ ਦੀ ਸਰਕਾਰ ਨਾ ਬਣ ਸਕੇ, ਕਿਉਂਕਿ ਉਹਨਾਂ ਦੀ ਜ਼ਿਆਦਾ ਵੋਟ ਕਿਸਾਨਾਂ ਦੀ ਵੋਟ ਹੈ, ਤੇ ਆਮ ਆਦਮੀ ਪਾਰਟੀ ਨੂੰ ਵੀ ਕਿਸਾਨਾਂ ਦੀ ਵੋਟ ਨਾ ਮਿਲੇ, ਪੇਂਡੂ ਖੇਤਰ ਦੀਆਂ ਵੋਟਾਂ ਨਾ ਮਿਲਣ, ਆਪਸ 'ਚ ਵਖਰੇਵਾਂ ਹੋਣ ਕਰਕੇ ਵੰਡੀਆਂ ਜਾਣ ਤਿੰਨੋਂ ਪਾਰਟੀਆਂ ਦੇ ਅੰਦਰ, ਅਕਾਲੀ ਪਾਰਟੀ ਵਿੱਚ, ਕਿਸਾਨਾਂ ਵਿੱਚ ਤੇ ਆਮ ਆਦਮੀ ਪਾਰਟੀ ਦੇ ਵਿੱਚ। ਜਿਹੜੀ ਸ਼ਹਿਰੀ ਵੋਟ ਹੈ ਉਹਦੇ ਉੱਤੇ ਤਾਂ ਬੀਜੇਪੀ ਦਾ ਕਬਜ਼ਾ ਹੈ ਹੀ, ਕਿਉਂਕਿ ਬੀਜੇਪੀ ਖੇਡਦੀ ਹੀ ਸ਼ਹਿਰਾਂ ਦੇ ਵਿੱਚ ਹੈ। ਪਿੰਡਾਂ ਦੇ ਵਿੱਚ ਉਹਦਾ ਕੋਈ ਇੰਨਾ ਅਸਲ ਰਸੂਖ ਨਹੀਂ, ਪਿੰਡਾਂ ਦੇ ਵਿੱਚ ਉਹਦਾ ਕੋਈ ਇੰਨਾ ਜ਼ਿਆਦਾ ਕਬਜ਼ਾ ਨਹੀਂ ਹੈ ਵੋਟਾਂ ਦੇ ਉੱਤੇ ਜਿੰਨਾ ਸ਼ਹਿਰਾਂ ਦੇ ਵਿੱਚ ਹੈ। ਤਾਂ ਇਹ ਬੀਜੇਪੀ ਦੀ ਗੇਮ ਹੈ, ਅੰਦਰੋਂ ਮਾਹਿਰ ਇਹ ਵੀ ਮੰਨਦੇ ਨੇ। ਤਾਂ ਇਹ ਸਾਰੀ ਸਿਆਸਤ ਸਮਝ ਨਹੀਂ ਆ ਰਹੀ ਕਿ ਲੋਕਾਂ ਦੇ ਪੱਲੇ ਕੀ ਪੈਣਾ, ਕਿ ਇਹਨਾਂ ਨੇ ਆਪਸ ਦੇ ਵਿੱਚ ਹੀ ਸਮੀਕਰਨ ਬਣਾਈ ਜਾਣੇ ਨੇ। ਤੇ ਨਾਲ ਦੀ ਨਾਲ ਗੱਲ ਇਹ ਵੀ ਆ ਰਹੀ ਹੈ ਕਿ ਅਕਾਲੀਆਂ ਦੇ ਅੰਦਰ ਇੱਕ ਅਲੱਗ ਤਰ੍ਹਾਂ ਦਾ ਮਾਹੌਲ ਹੈ। ਵੱਡੇ ਬਾਦਲ ਸਾਹਿਬ ਵੀ ਸ਼ਾਇਦ ਇਸ ਵਾਰ ਇਲੈਕਸ਼ਨਸ ਦੇ ਵਿੱਚ ਉਤਰ ਰਹੇ ਨੇ। ਗੱਲ ਤਾਂ ਤਕਰੀਬਨ ਪੱਕੀ ਲੱਗਦੀ ਹੈ, ਉਹ ਵੀ ਚੋਣਾਂ ਲੜਨਗੇ। ਬਾਕੀ ਸੁਖਬੀਰ ਭਾਜੀ ਤਾਂ ਲੜਨਗੇ ਹੀ ਲੜਨਗੇ, ਕਿਉਂਕਿ ਉਹ ਤਾਂ CM ਦਾ ਚਿਹਰਾ ਨੇ ਆਪਣੀ ਪਾਰਟੀ ਦਾ। ਤੇ ਨਾਲ ਦੀ ਨਾਲ ਮਜੀਠੀਆ ਸਾਹਿਬ ਵੀ ਹੁਣ ਬਾਹਰ ਆ ਚੁੱਕੇ ਨੇ, ਤੇ ਉਹ ਵੀ ਠੀਕ ਹੈ ਕਿ ਸ਼ਾਮਿਲ ਨੇ ਉਸ ਇਨਕੁਆਇਰੀ ਦੇ ਵਿੱਚ ਜੋ ਉਹਨਾਂ ਦੇ ਖਿਲਾਫ ਕੇਸ ਬਣਿਆ ਹੋਇਆ ਹੈ। 18 ਤਰੀਕ ਤੱਕ ਉਹਨਾਂ ਦੀ ਗ੍ਰਿਫਤਾਰੀ ਦੇ ਉੱਤੇ ਰੋਕ ਹੈ ਤੇ ਇਨਕੁਆਇਰੀ ਚੱਲ ਰਹੀ ਹੈ। ਉਹ ਇਨਕੁਆਇਰੀ ਦੇ ਵਿੱਚ ਸਾਥ ਦੇ ਰਹੇ ਨੇ, ਔਰ ਜਿਹੜੇ ਸਾਰੇ ਆਫੀਸਰ ਸਾਹਿਬਾਨ ਨੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਨੇ। ਅੱਗੇ ਜਾ ਕੇ ਇਹ ਅਕਾਲੀ ਪਾਰਟੀ ਨੂੰ ਕਿਸ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਪਊਗਾ, ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ, ਕਿਉਂਕਿ ਕੁੱਲ ਮਿਲਾ ਕੇ ਸਥਿਤੀ ਕਾਫੀ ਨਾਜ਼ੁਕ ਹੈ। ਮਜੀਠੀਆ ਸਾਹਿਬ ਸਟਾਰ ਨੇ ਇਹਨਾਂ ਦੇ ਕੈਂਪੇਨਸ ਦੇ, ਹਮੇਸ਼ਾ ਪ੍ਰੈਸ ਕਾਨਫਰੰਸਿਸ ਲੈਂਦੇ ਨੇ, ਹਮੇਸ਼ਾ ਪਾਰਟੀ ਦੀ ਕੈਂਪੇਨ ਕਰਦੇ ਨੇ ਜਦੋਂ ਵੀ ਇਲੈਕਸ਼ਨਸ ਦਾ ਦੌਰ ਆਉਂਦਾ ਹੈ। ਔਰ ਉਂਝ ਵੀ ਕਾਫੀ ਮਸ਼ਹੂਰ ਨੇਤਾ ਨੇ, ਕਾਫੀ ਸੀਨੀਅਰ ਨੇਤਾ ਨੇ। ਪਰ ਇਸ ਵਕਤ ਜੋ ਕੇਸ ਬਣਿਆ ਹੋਇਆ ਹੈ, ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਇਹ ਇੱਕ ਸਿਆਸੀ ਖੇਡ ਹੈ, ਉਹਨਾਂ ਨੂੰ ਫਸਾਇਆ ਜਾ ਰਿਹਾ ਹੈ। ਉਹ ਆਪਣੀ ਇਹੀ ਪਲੀ ਦੇ ਰਹੇ ਨੇ ਕੋਰਟਸ ਦੇ ਵਿੱਚ ਵੀ, ਇਨਕੁਆਇਰੀ ਬੋਰਡ ਦੇ ਅੱਗੇ ਵੀ। ਪਰ ਫਿਰ ਵੀ ਜੋ ਇਨਕੁਆਇਰੀ ਹੈ ਉਹ ਇਨਕੁਆਇਰੀ ਹੈ, ਉਹਦਾ ਕੀ ਰਿਜ਼ਲਟ ਆਏਗਾ ਇਹ ਆਉਣ ਵਾਲਾ ਸਮਾਂ ਦੱਸੇਗਾ। ਇਸ ਕਰਕੇ ਅਕਾਲੀ ਪਾਰਟੀ ਦੀ ਸਥਿਤੀ ਵੀ ਕਾਫੀ ਨਾਜ਼ੁਕ ਹੈ। ਤੇ ਕਾਂਗਰਸ ਦੇ ਅੰਦਰ ਤੇ ਆਪਣੀ ਧੜੇਬਾਜ਼ੀ ਹੈ, ਕਿਉਂਕਿ ਸਿੱਧੂ ਸਾਹਿਬ ਇੱਕ ਬਹੁਤ ਮਸ਼ਹੂਰ ਚਿਹਰਾ, ਹਾਲਾਂਕਿ ਪਾਰਟੀ ਪ੍ਰਧਾਨ ਨੇ ਪੰਜਾਬ ਦੇ, ਔਰ ਆਪਣਾ ਕੋਈ ਖਾਸ ਸਥਾਨ ਪਾਰਟੀ ਦੇ ਅੰਦਰ ਨਹੀਂ ਬਣਾ ਸਕੇ। ਕਾਰਨ ਇਹ ਹੈ ਬਿਆਨਬਾਜ਼ੀਆਂ, ਕਾਰਨ ਇਹ ਹੈ ਉਹਨਾਂ ਦੇ ਸਟੈਂਡ ਦਾ ਪਤਾ ਨਹੀਂ ਲੱਗਦਾ, ਕਾਰਨ ਇਹ ਆਪਣੀ ਪਾਰਟੀ ਦੇ ਖਿਲਾਫ ਹੀ ਕਈ ਵਾਰ ਬੋਲ ਜਾਂਦੇ ਨੇ, ਕਾਰਨ ਇਹ ਹੈ ਕਿ ਆਪਣੀ ਪਾਰਟੀ ਦੇ ਸਟਰਕਚਰ ਦੇ ਖਿਲਾਫ ਬੋਲ ਜਾਂਦੇ ਨੇ, ਆਪਣੀ ਪਾਰਟੀ ਦੇ ਸੰਵਿਧਾਨ ਦੇ ਖਿਲਾਫ ਬੋਲ ਜਾਂਦੇ ਨੇ, ਕਾਰਨ ਇਹ ਹੈ ਕਿ ਆਪਣੀ ਪਾਰਟੀ ਦੇ ਜਿਹੜੇ ਵੱਡੇ ਵੱਡੇ ਨੇਤਾ ਨੇ ਉਹਨਾਂ ਦੇ ਖਿਲਾਫ ਵੀ ਬੋਲ ਜਾਂਦੇ ਨੇ। ਕੁਝ ਪਤਾ ਨਹੀਂ ਲੱਗਦਾ ਉਹਨਾਂ ਦਾ ਮੂਡ ਕਿਸ ਵਕਤ ਕਿੱਧਰ ਜਾਂਦਾ। ਕਈ ਵਾਰ ਐਸਾ ਟਵੀਟ ਕਰ ਦਿੰਦੇ ਨੇ। ਹੁਣ ਇੱਕ ਹੋਰ ਟਵੀਟ ਕੀਤਾ ਹੈ ਕਿ ਜਾਂ ਤਾਂ ਸਿਸਟਮ ਰਹੂਗਾ ਜਾਂ ਮੈਂ ਰਹੂੰਗਾ। ਇਹ ਕਿਹੜੇ ਸਿਸਟਮ ਦੀ ਗੱਲ ਕਰ ਰਹੇ ਨੇ? ਜਿਹੜਾ ਪਾਰਟੀ ਦਾ ਸਿਸਟਮ ਹੈ, ਜੋ ਕਾਂਗਰਸ ਦਾ ਕਲਚਰ ਹੈ, ਉਸ ਸਿਸਟਮ ਦੀ ਗੱਲ ਕਰ ਰਹੇ ਨੇ ਜਾਂ ਕਿਸੇ ਹੋਰ ਸਿਸਟਮ ਦੀ ਗੱਲ ਕਰ ਰਹੇ ਨੇ? ਦੇਖੋ, ਸਿਸਟਮ ਤਾਂ ਸ਼ੁਰੂ ਤੋਂ ਸੀ ਤੇ ਸਿਸਟਮ ਨੇ ਰਹਿਣਾ ਹੀ ਰਹਿਣਾ ਹੈ। ਇਸ ਕਰਕੇ ਸਿੱਧੂ ਸਾਹਿਬ ਨੂੰ ਆਪ ਸਮਝਣਾ ਚਾਹੀਦਾ ਕਿ ਇਸ ਸਿਸਟਮ ਦਾ ਕਰਨਾ ਕੀ ਹੈ, ਇਸ ਕਲਚਰ ਦਾ ਕਰਨਾ ਕੀ। ਚਾਹੇ ਉਹ ਕਾਂਗਰਸ ਦਾ ਕਲਚਰ ਹੈ, ਚਾਹੇ ਉਹ ਦੇਸ਼ ਦਾ ਕਲਚਰ ਹੈ, ਚਾਹੇ ਉਹ ਸਮਾਜ ਦਾ ਕਲਚਰ ਹੈ, ਚਾਹੇ ਉਹ ਪੰਜਾਬ ਦਾ ਕਲਚਰ ਹੈ।
ਇਸ ਦੇ ਵਿੱਚ ਹੀ ਰਹਿਣਾ ਤੇ ਇਹਨਾਂ ਲੋਕਾਂ ਦੇ ਵਿੱਚ ਹੀ ਰਹਿਣਾ, ਇਸ ਸਿਸਟਮ ਦੇ ਵਿੱਚ ਹੀ ਰਹਿਣਾ, ਤਾਂ ਕਿਉਂ ਨਾ ਸਭ ਦੇ ਨਾਲ ਮਿਲ ਕੇ ਇਹਨਾਂ ਖਾਮੀਆਂ ਨੂੰ ਦੂਰ ਕੀਤਾ ਜਾਏ। ਇਹ ਕਿਸ ਤਰ੍ਹਾਂ ਦੀਆਂ ਸਟੇਟਮੈਂਟਸ ਨੇ ਕਿ ਜਾਂ ਤੇ ਮੈਂ ਰਹੂੰਗਾ ਤੇ ਜਾਂ ਸਿਸਟਮ ਰਹੂਗਾ, ਇਹਦੇ ਉੱਤੇ ਵੀ ਮਾਹਿਰ ਕਾਫੀ ਇਤਰਾਜ਼ ਕਰਦੇ ਨੇ। ਤਾਂ ਸੀਐਮ ਦੇ ਚਿਹਰੇ ਨੂੰ ਲੈ ਕੇ ਤਾਂ ਹਜੇ ਵੀ ਵਿਵਾਦ ਬਣਿਆ ਹੋਇਆ ਹੈ ਕਾਂਗਰਸ ਪਾਰਟੀ ਦੇ ਅੰਦਰ। ਤਾਂ ਕਾਂਗਰਸ ਪਾਰਟੀ ਇਸ ਦੇ ਨਾਲ ਨਜਿੱਠਦੀ ਪਈ ਹੈ। ਆਮ ਆਦਮੀ ਪਾਰਟੀ ਵੀ ਇੱਕ ਤਰ੍ਹਾਂ ਨਾਲ ਹਜੇ ਕੁਝ ਵੀ ਡਿਸਾਈਡ ਨਹੀਂ ਕਰ ਪਾ ਰਹੀ। ਹਾਲਾਂਕਿ ਉਹਨਾਂ ਨੇ ਡਿਸਾਈਡ ਕੀਤੇ ਨੇ ਕਈ ਚਿਹਰੇ ਜਿਹੜੇ ਅੱਗੇ ਆਉਣਗੇ, ਇਲੈਕਸ਼ਨਸ ਲੜਨਗੇ, ਪਰ ਪੂਰੀ ਤਰ੍ਹਾਂ ਨਾਲ ਕੁਝ ਵੀ ਡਿਸਾਈਡ ਨਹੀਂ ਹੋ ਰਿਹਾ। ਕਨਫਿਊਜ਼ਨ ਬਹੁਤ ਹੈ ਇਸ ਪਾਰਟੀ ਦੇ ਅੰਦਰ, ਕਿਉਂਕਿ ਸਟਰਕਚਰ ਹੀ ਇਦਾਂ ਦਾ ਕਿ ਸਭ ਕੁਝ ਕੇਜਰੀਵਾਲ ਸਾਹਿਬ ਨੇ ਆਪਣੇ ਹੱਥ 'ਚ ਰੱਖਿਆ ਹੋਇਆ ਹੈ। ਅੱਗੋਂ ਕਿਸੇ ਦਾ ਕੁਝ ਪਤਾ ਨਹੀਂ, ਕਿਸੇ ਨੂੰ ਕੁਝ ਪਤਾ ਨਹੀਂ, ਕਿਸੇ ਨੇ ਕੀ ਕਰਨਾ ਤੇ ਕਿਸੇ ਨੇ ਕੀ ਨਹੀਂ ਕਰਨਾ। ਇਸ ਕਰਕੇ ਕਈ ਵਾਰ ਦਲ ਬਦਲੀ ਵੀ ਹੋ ਜਾਂਦੀ ਹੈ, ਕਈ ਵਾਰ ਲੋਕ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀ ਦੇ ਅੰਦਰ ਵੀ ਚਲੇ ਜਾਂਦੇ ਨੇ। ਤਾਂ ਬੀਜੇਪੀ ਦੀ ਸਥਿਤੀ ਵੀ ਤੁਹਾਡੇ ਸਾਹਮਣੇ ਹੈ, ਉਹ ਵੀ ਨਾਜ਼ੁਕ ਹੈ, ਪੱਕੇ ਪੈਰੀ ਹੋਣ ਵਾਸਤੇ ਕੋਸ਼ਿਸ਼ ਕਰਦੀ ਪਈ ਹੈ। ਦੇਖੋ ਕੀ ਬਣਦਾ ਹੈ। ਬੀਜੇਪੀ ਦੀ ਸਥਿਤੀ ਹੋ ਗਈ ਨਾਜ਼ੁਕ ਕਿਉਂਕਿ ਸੈਂਸਿਟਿਵ ਮਾਹੌਲ ਹੈ, ਔਰ ਅਕਾਲੀ ਦਲ ਦੀ ਵੀ ਸਥਿਤੀ ਹੋ ਗਈ ਨਾਜ਼ੁਕ ਕਿਉਂਕਿ ਸੈਂਸਿਟਿਵ ਮਾਹੌਲ ਹੈ। ਨਾਲ ਦੀ ਨਾਲ ਆਮ ਆਦਮੀ ਪਾਰਟੀ ਦੀ ਵੀ ਸਥਿਤੀ ਹੋ ਗਈ ਨਾਜ਼ੁਕ ਕਿਉਂਕਿ ਸੈਂਸਿਟਿਵ ਮਾਹੌਲ ਹੈ, ਤੇ ਨਾਲ ਦੀ ਨਾਲ ਕਿਸਾਨਾਂ ਦੀ ਸਥਿਤੀ ਜਿਹੜੀਆਂ ਪਾਰਟੀਆਂ ਬਣਾ ਕੇ ਆਈਆਂ ਨੇ ਅੱਗੇ, ਉਹਨਾਂ ਦੀ ਸਥਿਤੀ ਵੀ ਹੋ ਗਈ ਨਾਜ਼ੁਕ ਕਿਉਂਕਿ ਸੈਂਸਿਟਿਵ ਮਾਹੌਲ ਹੈ। ਕੈਪਟਨ ਸਾਹਿਬ ਦੀ ਪਾਰਟੀ ਇੱਕ ਨਵੀਂ ਪਾਰਟੀ ਹੈ ਜੋ ਬੀਜੇਪੀ ਨਾਲ ਹੱਥ ਤਾਂ ਮਿਲਾ ਚੁੱਕੀ ਹੈ, ਪਰ ਦੇਖੋ ਕੀ ਕਮਾਲ ਕਰਕੇ ਦਿਖਾਉਂਦੇ ਨੇ। ਉਹਨਾਂ ਦੀ ਵੀ ਸਥਿਤੀ ਨਾਜ਼ੁਕ ਹੈ ਕਿਉਂਕਿ ਸੈਂਸਿਟਿਵ ਮਾਹੌਲ ਹੈ। ਤਾਂ ਕੁੱਲ ਮਿਲਾ ਕੇ ਸਾਰੀਆਂ ਪਾਰਟੀਆਂ ਦੀ ਸਥਿਤੀ ਇਸ ਵਕਤ ਨਾਜ਼ੁਕ ਹੈ। ਤੇ ਬਾਕੀ ਰਹਿ ਗਏ ਜਿਹੜੇ ਆਜ਼ਾਦ ਉਮੀਦਵਾਰ ਨੇ, ਛੋਟੀਆਂ ਪਾਰਟੀਆਂ ਨੇ, ਉਹਨਾਂ ਨੇ ਤਾਂ ਹਮੇਸ਼ਾ ਇਹ ਦੇਖਣਾ ਕਿ ਉਹਨਾਂ ਦਾ ਫਾਇਦਾ ਕਿੱਧਰ ਹੈ, ਉਹਨਾਂ ਨੇ ਉਹਦੇ ਨਾਲ ਗੱਠਜੋੜ ਕਰਕੇ ਉੱਧਰ ਹੀ ਜਾਣਾ ਹੈ। ਤੇ ਬਾਕੀ ਜੀ ਸਾਰੀ ਸਥਿਤੀ ਜੋ ਹੈ ਲੋਕਾਂ ਦੇ ਸਾਹਮਣੇ ਸਮਝ ਆ ਰਹੀ ਹੈ, ਉਹ ਤਾਂ ਇਹ ਹੈ ਕਿ ਇਸ ਵਕਤ ਨਾਜ਼ੁਕ ਸਥਿਤੀਆਂ ਦਾ ਦੌਰ ਹੈ। ਕੁਝ ਨਹੀਂ ਪਤਾ ਲੱਗ ਰਿਹਾ ਕਿਹੜੀ ਪਾਰਟੀ ਕਿਹੜੀ ਵਿਚਾਰਧਾਰਾ ਨੂੰ ਲੈ ਕੇ ਚੱਲ ਰਹੀ ਹੈ, ਕਿਹੜੀ ਪਾਰਟੀ ਕਿਹੜੀ ਸੋਚ ਨੂੰ ਲੈ ਕੇ ਚੱਲ ਰਹੀ ਹੈ। ਸਬਜ਼ ਬਾਗ ਸਾਰੇ ਦਿਖਾ ਰਹੇ ਨੇ, ਝੂਠ ਸਾਰੇ ਬੋਲ ਰਹੇ ਨੇ, ਗੱਪਾਂ ਸਾਰੇ ਸੁਣਾ ਰਹੇ ਨੇ, ਪਰ ਕਿਸੇ ਦਾ ਧਿਆਨ ਪੰਜਾਬ ਦੇ ਲੋਕਾਂ ਦੇ ਬੁਨਿਆਦੀ ਮੁੱਦਿਆਂ ਵੱਲ ਨਹੀਂ ਹੈ। ਤੇ ਜਦੋਂ ਲੋਕ ਅੱਗੋਂ ਸਵਾਲ ਪੁੱਛਦੇ ਨੇ ਤੇ ਇਹਨਾਂ ਸਿਆਸੀ ਆਗੂਆਂ ਕੋਲ ਕੋਈ ਜਵਾਬ ਨਹੀਂ, ਗੋਲ ਮੋਲ ਗੱਲਾਂ ਕਰਕੇ ਵਕਤ ਸਾਰ ਦਿੰਦੇ ਨੇ। ਪਰ ਸਾਨੂੰ ਚਾਹੀਦੀ ਹੈ ਇੱਕ ਸੰਜੀਦਾ ਸਰਕਾਰ, ਇੱਕ ਬਦਲ ਚਾਹੀਦਾ ਹੈ, ਇੱਕ ਸੋਲਿਡ ਗਵਰਨਮੈਂਟ ਚਾਹੀਦੀ ਹੈ ਜੋ ਸਾਡੇ ਲਈ, ਪੰਜਾਬ ਦੇ ਲੋਕਾਂ ਲਈ, ਪੰਜਾਬ ਦੇ ਸੂਬੇ ਲਈ ਕੰਮ ਕਰੇ ਤਹੇ ਦਿਲੋਂ, ਸੱਚੇ ਮਨ ਨਾਲ। ਹੁਣ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਬ੍ਰਿਟੇਨ ਦੇ, ਇੰਗਲੈਂਡ ਦੇ ਵਲਾਇਤ ਦੇ ਪ੍ਰਾਈਮ ਮਿਨਿਸਟਰ ਵਿੰਸਟਨ ਚਰਚਿਲ ਦੀ ਭਵਿੱਖਬਾਣੀ। ਜਦੋਂ ਭਾਰਤ ਨੂੰ ਆਜ਼ਾਦੀ ਨਹੀਂ ਮਿਲੀ ਸੀ ਤਾਂ ਚਰਚਿਲ ਸਾਹਿਬ ਨੇ ਆਜ਼ਾਦ ਭਾਰਤ ਦੇ ਵਿੱਚ ਜਿਹੜੇ ਲੀਡਰਸ ਹੋਣਗੇ ਉਹਨਾਂ ਦਾ ਕਿਰਦਾਰ ਕਿੱਦਾਂ ਦਾ ਹੋਏਗਾ, ਉਹਨਾਂ ਦਾ ਕਰੈਕਟਰ ਕਿੱਦਾਂ ਦਾ ਹੋਏਗਾ, ਉਸ ਬਾਰੇ ਭਵਿੱਖਬਾਣੀ ਕੀਤੀ ਸੀ ਸਨ 1947 ਤੋਂ ਪਹਿਲਾਂ। ਕੀ ਲਿਖਦੇ ਨੇ? ਜੇ ਭਾਰਤ ਨੂੰ ਆਜ਼ਾਦੀ ਮਿਲ ਜਾਂਦੀ ਹੈ ਤਾਂ ਸੱਤਾ ਬਦਮਾਸ਼ਾਂ, ਠੱਗਾਂ, ਲੁਟੇਰਿਆਂ ਦੇ ਹੱਥਾਂ ਵਿੱਚ ਚਲੀ ਜਾਵੇਗੀ। ਸਾਰੇ ਭਾਰਤੀ ਨੇਤਾ ਘੱਟ ਸਮਰੱਥਾ ਵਾਲੇ ਤੇ ਖਾਲੀ ਦਿਮਾਗ ਵਾਲੇ ਹੋਣਗੇ। ਉਹਨਾਂ ਕੋਲ ਮਿੱਠੀਆਂ ਗੱਲਾਂ ਤੇ ਮੂਰਖ ਦਿਮਾਗ ਹੋਣਗੇ। ਉਹ ਸੱਤਾ ਲਈ ਆਪਸ ਵਿੱਚ ਲੜਨਗੇ ਅਤੇ ਭਾਰਤ ਸਿਆਸੀ ਝਗੜਿਆਂ ਵਿੱਚ ਗੁਆਚ ਜਾਵੇਗਾ। ਇਹ ਸੀ ਉਹਨਾਂ ਦੀ ਭਵਿੱਖਬਾਣੀ। ਹਾਲਾਂਕਿ ਆਜ਼ਾਦੀ ਤੋਂ ਬਾਅਦ ਬੜੇ ਕਾਬਿਲ ਲੀਡਰਸ ਮਿਲੇ ਨੇ ਭਾਰਤ ਨੂੰ, ਇੱਕ ਤੋਂ ਇੱਕ ਕਹਿੰਦਾ ਕੁਆਂਦਾ ਲੀਡਰ ਮਿਲਿਆ ਭਾਰਤ ਨੂੰ, ਪੜ੍ਹੇ ਲਿਖੇ ਸਿਆਸਤਦਾਨ, ਸਮਝਦਾਰ ਸਿਆਸਤਦਾਨ, ਕੁਆਲੀਫਾਈਡ, ਇੰਟੈਲੀਜੈਂਟ, ਇੰਟੈਲੈਕਚੁਅਲ, ਬਹੁਤ ਵੱਡੇ ਵੱਡੇ ਕਿਰਦਾਰਾਂ ਦੇ ਮਾਲਿਕ, ਬਹੁਤ ਵੱਡੀਆਂ ਹਸਤੀਆਂ ਮਿਲੀਆਂ ਨੇ ਭਾਰਤ ਨੂੰ। ਪਰੰਤੂ ਅੱਜ ਦਾ ਜੋ ਸਮਾਂ ਹੈ, ਅਸੀਂ ਵੇਖ ਰਹੇ ਹਾਂ ਕਿ ਚਰਚਿਲ ਸਾਹਿਬ ਦੀ ਇਹ ਭਵਿੱਖਬਾਣੀ ਕਿਤੇ ਨਾ ਕਿਤੇ ਸੱਚ ਹੁੰਦੀ ਸਾਬਿਤ ਹੋ ਰਹੀ ਹੈ। ਅਸੀਂ ਦੇਖਦੇ ਹਾਂ ਹਰ ਪਾਸੇ ਸੱਤਾ ਨੂੰ ਲੈ ਕੇ ਜਿਸ ਤਰ੍ਹਾਂ ਆਪਸ ਦੇ ਵਿੱਚ ਗੱਠਜੋੜ ਹੁੰਦੇ ਨੇ, ਆਪਸ ਦੇ ਵਿੱਚ ਮਨ ਮੁਟਾਵ ਹੁੰਦੇ ਨੇ, ਆਪਸ ਦੇ ਵਿੱਚ ਸੁਲਹ ਸਫਾਈ ਹੁੰਦੀ ਹੈ, ਆਪਸ ਦੇ ਵਿੱਚ ਦੋਸਤੀਆਂ ਹੁੰਦੀਆਂ ਨੇ, ਆਪਸ ਦੇ ਵਿੱਚ ਦੁਸ਼ਮਣੀਆਂ ਹੁੰਦੀਆਂ ਨੇ, ਆਪਸ ਦੇ ਵਿੱਚ ਰੋਸੇ ਹੁੰਦੇ ਨੇ, ਆਪਸ ਦੇ ਵਿੱਚ ਮਨਾਉਣਾ ਹੁੰਦਾ ਹੈ। ਇਹ ਸਭ ਸਿਆਸਤ ਦੀ ਖੇਡ ਚੱਲਦੀ ਰਹਿੰਦੀ ਹੈ, ਕਿਉਂਕਿ ਸਿਆਸਤ ਦੇ ਵਿੱਚ ਨਾ ਦੋਸਤੀ ਪੱਕੀ ਹੁੰਦੀ ਹੈ, ਨਾ ਦੁਸ਼ਮਣੀ ਪੱਕੀ ਹੁੰਦੀ ਹੈ। ਹਾਂ, ਮੌਕਾ ਪ੍ਰਸਤੀ ਜ਼ਰੂਰ ਪੱਕੀ ਹੁੰਦੀ, ਕਿਉਂਕਿ ਸਿਆਸਤ ਦਾ ਖੇਡ ਮੌਕਾ ਪ੍ਰਸਤੀ ਦਾ ਖੇਡ ਹੈ। ਟਾਈਮਿੰਗ ਦੀ ਗੱਲ ਹੈ। ਜੋ ਟਾਈਮਿੰਗ ਸੰਭਾਲ ਗਿਆ ਉਹ ਸੱਤਾ ਲੈ ਗਿਆ, ਜੋ ਟਾਈਮਿੰਗ ਸੰਭਾਲ ਗਿਆ ਉਹ ਕੁਰਸੀ ਤੇ ਜਾ ਕੇ ਬਹਿ ਗਿਆ। ਇਹ ਵੱਖਰੀ ਗੱਲ ਹੈ, ਉਹ ਕਾਬਿਲ ਹੈ ਜਾਂ ਨਹੀਂ ਹੈ ਉਸ ਕੁਰਸੀ ਦੇ ਉੱਤੇ ਬੈਠਣ ਦੇ, ਉਹ ਕਾਬਿਲ ਹੈ ਜਾਂ ਨਹੀਂ ਹੈ ਉਸ ਸੱਤਾ ਦੇ ਵਿੱਚ ਆਉਣ ਦੇ, ਇਹ ਵੱਖਰੀ ਗੱਲ ਹੈ। ਪਰ ਜਿਸ ਦੀ ਗੇਮ ਫਿੱਟ ਹੋ ਗਈ, ਜੋ ਸਮੀਕਰਨ ਬਣਾ ਗਿਆ, ਜੋ ਆਪਣੀ ਦਾਲ ਗਲਾ ਗਿਆ,
ਉਹ ਫਿੱਟ ਹੋ ਗਿਆ ਪਰਮਾਨੈਂਟਲੀ 5 ਸਾਲ ਦੇ ਵਾਸਤੇ ਉਸ ਕੁਰਸੀ ਦੇ ਉੱਤੇ। ਹੁਣ ਇਹ ਬਾਕੀ ਗੱਲ ਬਾਅਦ ਦੀ ਗੱਲ ਹੈ ਕਿ ਉਹ ਕੰਮ ਕਿੰਨੇ ਕੁ ਵਧੀਆ ਕਰਦਾ ਹੈ, ਕੰਮ ਕਿੰਨੇ ਕੁ ਲੋਕਾਂ ਦੇ ਹਿੱਤ ਦੇ ਕਰਦਾ ਹੈ, ਜਾਂ ਫਿਰ ਆਪਣੇ ਹਿੱਤ ਦੇ ਹੀ ਕੰਮ ਕਰਦਾ ਹੈ ਤੇ ਉਹਨਾਂ ਲੋਕਾਂ ਦੇ ਹਿੱਤ ਦੇ ਕੰਮ ਕਰਦਾ ਹੈ ਜਿਨ੍ਹਾਂ ਨੇ ਉਸ ਨੂੰ ਉਸ ਸੱਤਾ ਦੀ ਕੁਰਸੀ ਤੇ ਬਿਠਾਇਆ ਹੈ। ਹਾਂ, ਲੋਕਾਂ ਨੂੰ ਤੇ ਬੇਵਕੂਫ ਬਣਾ ਹੀ ਦਿੱਤਾ, ਤਾਂ ਹੀ ਤੇ ਲੋਕਾਂ ਦੀਆਂ ਵੋਟਾਂ ਲਿੱਤੀਆਂ ਨੇ, ਜਿੱਤਿਆ ਤੇ ਉਸ ਕੁਰਸੀ ਦੇ ਉੱਤੇ ਕਾਬਜ਼ ਹੋਇਆ ਹੈ ਤੇ ਹੁਣ ਕਾਬਜ਼ ਹੋਣਾ ਚਾਹੁੰਦਾ ਹੈ ਉਹ ਸਾਰੇ ਲੋਕਾਂ ਦੀ ਕਿਸਮਤ ਦੇ ਉੱਤੇ, ਸਾਰੇ ਲੋਕਾਂ ਦੇ ਵਕਤ ਦੇ ਉੱਤੇ, ਸਾਰੇ ਲੋਕਾਂ ਦੇ ਰੋਜ਼ਗਾਰ ਦੇ ਉੱਤੇ, ਸਾਰੇ ਲੋਕਾਂ ਦੀ ਫੈਮਿਲੀ ਲਾਈਫ ਦੇ ਉੱਤੇ, ਸਾਰੇ ਲੋਕਾਂ ਦੀ ਜ਼ਿੰਦਗੀ ਦੇ ਉੱਤੇ। ਤੇ ਕਾਬਜ਼ ਹੋਣ ਦਾ ਜੋ ਹੱਕ ਮਿਲਦਾ ਹੈ ਜਮਹੂਰੀਅਤ ਦੇ ਵਿੱਚ, ਉਹ ਲੋਕਾਂ ਦੀ ਤਾਕਤ ਨਾਲ ਹੀ ਮਿਲਦਾ ਹੈ। ਤੇ ਫਿਰ ਉਸ ਤੋਂ ਬਾਅਦ ਲੋਕਾਂ ਦੀ ਜੋ ਹਾਲਤ ਕੀਤੀ ਜਾਂਦੀ ਹੈ ਉਹਦੇ ਬਾਰੇ ਸਾਨੂੰ ਦੱਸਣ ਦੀ ਲੋੜ ਨਹੀਂ, ਕਿਉਂਕਿ ਕੋਈ ਵੀ ਸ਼ਬਦ ਅਸੀਂ ਇਸਤੇਮਾਲ ਕਰ ਹੀ ਨਹੀਂ ਸਕਦੇ, ਸਾਰੇ ਸ਼ਬਦ ਘੱਟ ਪੈਣਗੇ। ਲੋਕਾਂ ਦੀ ਹਾਲਤ ਤੁਸੀਂ ਆਪਣੀ ਅੱਖਾਂ ਨਾਲ ਵੇਖ ਸਕਦੇ ਹੋ, ਜੋ ਹਾਲਤ ਹੈ ਪੰਜਾਬ ਦੇ ਵਿੱਚ ਲੋਕਾਂ ਦੇ ਜੀਵਨ ਦੀ, ਕਿਸ ਪੱਧਰ ਤੇ ਜੀਵਨ ਜੀ ਰਹੇ ਨੇ। ਤੁਸੀਂ ਦੇਖਦੇ ਹੋ ਭੁੱਖਮਰੀ ਦੀ ਹਾਲਤ ਵੀ ਹੈ, ਤੁਸੀਂ ਦੇਖਦੇ ਹੋ ਬੇਰੁਜ਼ਗਾਰੀ ਦੀ ਹਾਲਤ ਵੀ ਹੈ, ਤੁਸੀਂ ਦੇਖਦੇ ਹੋ ਖੁਦਕੁਸ਼ੀਆਂ ਦੀ ਹਾਲਤ ਵੀ ਹੈ, ਤੁਸੀਂ ਦੇਖਦੇ ਹੋ ਬੱਚਿਆਂ ਕੋਲ ਪੜ੍ਹਾਈ ਤਾਂ ਛੱਡੋ, ਰੋਜ਼ਗਾਰ ਕਿੱਦਾਂ ਦਾ ਕਰਨਾ ਪੈਂਦਾ ਹੈ ਉਹਨਾਂ ਨੂੰ, ਸੜਕਾਂ ਦੇ ਉੱਤੇ ਜਾ ਕੇ ਭੀਖ ਵੀ ਮੰਗਣੀ ਪੈਂਦੀ ਹੈ। ਛੋਟੇ ਛੋਟੇ ਢਾਬਿਆਂ ਦੇ ਵਿੱਚ ਤੁਸੀਂ ਦੇਖਦੇ ਹੋ ਉਹਨਾਂ ਨੂੰ ਭਾਂਡੇ ਮਾਂਜਦੇ ਹੋਏ, ਜਿਸ ਉਮਰੇ ਉਹਨਾਂ ਨੂੰ ਜਾਣਾ ਚਾਹੀਦਾ ਸਕੂਲ ਪੜ੍ਹਨ ਲਿਖਣ ਵਾਸਤੇ, ਉਹ ਕੰਮ ਕਰਦੇ ਨੇ, ਖਤਰਨਾਕ ਵੀ ਕੰਮ ਕਰਦੇ ਨੇ ਕਈ ਵਾਰ ਉਹ, ਕਈ ਤਰ੍ਹਾਂ ਦੇ ਕਾਰਖਾਨਿਆਂ ਦੇ ਵਿੱਚ ਜਾ ਕੇ। ਇਸ ਸਥਿਤੀ ਨੂੰ ਸਮਝੋ, ਇੱਕ ਖਾਸ ਉਮਰ ਦਾ ਬੱਚਾ, ਮੰਨ ਲਓ 6-7 ਸਾਲ ਦਾ ਇੱਕ ਬੱਚਾ, 8 ਸਾਲ ਦਾ ਇੱਕ ਬੱਚਾ ਸਵੇਰੇ ਸਕੂਲ ਬੈਗ ਚੁੱਕ ਕੇ ਸਕੂਲ ਜਾ ਰਿਹਾ ਹੈ ਆਪਣੇ ਦੋਸਤਾਂ ਨਾਲ, ਕਿਸੇ ਬੱਗੇ 'ਚ ਬਹਿ ਕੇ ਜਾ ਰਿਹਾ ਹੈ, ਪੈਦਲ ਜਾ ਰਿਹਾ ਹੈ, ਡੈਡੀ ਮੰਮੀ ਛੱਡਣ ਜਾ ਰਹੇ ਨੇ, ਕਿਸੇ ਵੀ ਤਰ੍ਹਾਂ ਉਹ ਸਕੂਲ ਜਾ ਰਿਹਾ ਹੈ। ਜਿਸ ਵਕਤ ਉਸੇ ਏਜ ਦਾ 7, 8, 9 ਸਾਲ ਦਾ, 6 ਸਾਲ ਦਾ ਇੱਕ ਬੱਚਾ ਬੋਰੀ ਚੁੱਕੀ ਹੋਈ ਹੈ ਤੇ ਕਾਗਜ਼ ਇਕੱਠੇ ਕਰਦਾ ਪਿਆ, ਪਲਾਸਟਿਕ ਦੇ ਲਿਫਾਫੇ ਇਕੱਠੇ ਕਰਦਾ ਪਿਆ, ਕਿਉਂਕਿ ਉਹਨੇ ਰੋਜ਼ੀ ਰੋਟੀ ਕਮਾਣੀ ਹੈ, ਉਹਨੂੰ ਕੁਝ ਨਹੀਂ ਪਤਾ ਸਕੂਲ ਦਾ। ਹਾਂ, ਉਹ ਬੱਚਿਆਂ ਨੂੰ ਸਕੂਲ ਜਾਂਦੇ ਹੋਏ ਜ਼ਰੂਰ ਦੇਖਦਾ ਹੈ, ਉਹਦੇ ਅੰਦਰ ਇੱਕ ਖੁਆਇਸ਼ ਵੀ ਆਉਂਦੀ ਹੋਏਗੀ ਕਿ ਉਹ ਵੀ ਸਕੂਲ ਜਾਵੇ, ਪਰ ਸਕੂਲ ਜਾਣ ਵਾਸਤੇ ਪੈਸਾ ਚਾਹੀਦਾ, ਕਿਉਂਕਿ ਅਸੀਂ ਦੇਖਦੇ ਹਾਂ ਸਰਕਾਰੀ ਸਕੂਲਾਂ ਦਾ ਜੋ ਹਾਲ ਹੈ ਉਹ ਵੀ ਅਸੀਂ ਦੇਖਦੇ ਹਾਂ, ਤੇ ਪ੍ਰਾਈਵੇਟ ਸਕੂਲ ਕਿੰਨੇ ਮਹਿੰਗੇ ਨੇ ਉਹ ਵੀ ਅਸੀਂ ਦੇਖਦੇ ਹਾਂ। ਖੈਰ, ਜੇ ਉਹ ਸਰਕਾਰੀ ਸਕੂਲ ਵਿੱਚ ਵੀ ਜਾਵੇ ਤਾਂ ਵੀ ਵਕਤ ਚਾਹੀਦਾ ਨਾ ਉੱਥੇ ਜਾਣ ਵਾਸਤੇ। ਠੀਕ ਹੈ, ਸਰਕਾਰ ਨੇ ਮਿਡ ਡੇ ਮੀਲ ਸ਼ੁਰੂ ਕੀਤਾ ਕਿ ਤੁਹਾਨੂੰ ਰੋਜ਼ੀ ਰੋਟੀ ਉੱਥੇ ਮਿਲ ਜਾਏਗੀ, ਖਾਣਾ ਉੱਥੇ ਮਿਲ ਜਾਏਗਾ, ਫਿਰ ਵੀ ਕਈ ਵਾਰ ਪਰਿਵਾਰ ਦੀਆਂ ਮਜਬੂਰੀਆਂ ਹੁੰਦੀਆਂ ਨੇ ਕਿ ਉਹ ਸਕੂਲ ਨਹੀਂ ਜਾ ਸਕਦਾ, ਇਸ ਕਰਕੇ ਬੋਰੀ ਚੁੱਕ ਕੇ ਉਹ ਗੰਦ ਦੇ ਵਿੱਚੋਂ ਲਿਫਾਫੇ ਇਕੱਠੇ ਕਰਦਾ ਪਿਆ, ਕਿਉਂਕਿ ਉਹਦੇ ਵਿੱਚੋਂ ਉਹਨੂੰ ਉਹਦੀ ਰੋਟੀ ਮਿਲਦੀ ਹੈ। ਤਾਂ ਇਹ ਸਥਿਤੀ ਹੈ ਸਾਡੇ ਪੰਜਾਬ ਦੀ, ਭਾਰਤ ਦੀ ਵੀ ਇਹੀ ਸਥਿਤੀ ਹੈ ਤੇ ਕਈ ਹੋਰ ਮੁਲਕਾਂ 'ਚ ਵੀ ਅਸੀਂ ਇਹ ਸਥਿਤੀ ਦੇਖਦੇ ਹਾਂ। ਹੁਣ 26 ਜਨਵਰੀ ਆਉਣ ਵਾਲੀ ਹੈ, ਤੁਸੀਂ ਦੇਖੋਗੇ ਨਿੱਕੇ ਨਿੱਕੇ ਬੱਚਿਆਂ ਨੂੰ ਇਹੀ ਜਿਹੜੇ ਬੋਰੀਆਂ ਲੈ ਕੇ ਕਾਗਜ਼ ਇਕੱਠੇ ਕਰਦੇ ਨੇ ਜਾਂ ਭੀਖ ਮੰਗਦੇ ਨੇ, ਟ੍ਰੈਫਿਕ ਸਿਗਨਲਾਂ ਦੇ ਉੱਤੇ ਜਿਹੜੇ ਕਾਰਾਂ ਦੇ ਸ਼ੀਸ਼ੇ ਸਾਫ਼ ਕਰਦੇ ਨੇ, ਉਹਨਾਂ ਨੂੰ ਤੁਸੀਂ ਦੇਖੋਗੇ ਨਿੱਕੇ ਨਿੱਕੇ ਝੰਡੇ ਚੁੱਕੇ ਹੋਏ ਨੇ, ਵੇਚਦੇ ਪਏ ਨੇ। 5 ਰੁਪਏ ਦਾ ਇੱਕ ਝੰਡਾ, ਤਿਰੰਗੇ ਝੰਡੇ ਚੁੱਕੇ ਹੋਏ ਨੇ ਕਿਸੇ ਵੀ ਟ੍ਰੈਫਿਕ ਸਿਗਨਲ ਦੇ ਉੱਤੇ, ਜਿਹੜੇ ਪੁਲਾਂ ਦੇ ਥੱਲੇ ਰਹਿੰਦੇ ਨੇ ਉਹਨਾਂ ਦੀ ਮੈਂ ਗੱਲ ਕਰਦਾ ਪਿਆ। 5-5 ਰੁਪਏ ਦੇ ਝੰਡੇ ਵੇਚਦੇ ਪਏ ਨੇ, ਤਿਰੰਗੇ ਝੰਡੇ। ਉਹਨੂੰ ਪੁੱਛੋ ਇਸ ਝੰਡੇ ਦਾ ਮਤਲਬ ਕੀ ਹੈ, ਉਹਨੂੰ ਉਸ ਝੰਡੇ ਦਾ ਮਤਲਬ ਨਹੀਂ ਪਤਾ, ਹਾਲਾਂਕਿ ਉਹ ਉਹਦੇ ਆਪਣੇ ਦੇਸ਼ ਦਾ ਝੰਡਾ ਹੈ, ਲੇਕਿਨ ਉਹਨੂੰ ਉਹਦਾ ਮਤਲਬ ਨਹੀਂ ਪਤਾ। ਉਹਨੂੰ ਸਿਰਫ ਇੰਨਾ ਪਤਾ ਹੈ ਕਿ 3 ਰੁਪਏ ਦਾ ਬਾਜ਼ਾਰ ਵਿੱਚੋਂ ਖਰੀਦ ਕੇ ਲਿਆਂਦਾ ਤੇ 5 ਰੁਪਏ ਦਾ ਵੇਚਦਾ ਪਿਆ, ਤੇ ਇੱਕ ਝੰਡੇ ਮਗਰ ਮੈਨੂੰ 2 ਰੁਪਏ ਬਚਣਗੇ, ਤੇ ਜੇ ਸਾਰੇ ਦਿਨ 'ਚ ਜੇ 50 ਝੰਡੇ ਵੇਚ ਦਿੱਤੇ ਤਾਂ ਮੈਨੂੰ 100 ਰੁਪਏ ਦਿਹਾੜੀ ਬਣ ਜੂਗੀ। ਉਹਨੂੰ ਸਿਰਫ ਆਪਣੀ ਦਿਹਾੜੀ ਦਾ ਪਤਾ ਹੈ। ਕਿਉਂ ਨਹੀਂ ਉਹਨੂੰ ਆਪਣੇ ਦੇਸ਼ ਦਾ ਪਤਾ, ਕਿਉਂ ਨਹੀਂ ਉਹਨੂੰ ਆਪਣੇ ਦੇਸ਼ ਦੇ ਝੰਡੇ ਦਾ ਪਤਾ? ਕਿਉਂਕਿ ਇਹਨਾਂ ਸਰਕਾਰਾਂ ਨੇ ਤੇ ਸਰਕਾਰਾਂ ਵਿੱਚ ਬੈਠੇ ਲੋਕਾਂ ਨੇ ਉਸ ਬੱਚੇ ਨੂੰ ਕਦੀ ਆਪਣਾ ਸਮਝਿਆ ਹੀ ਨਹੀਂ। ਹਾਂ, ਗੱਲਾਂ ਜ਼ਰੂਰ ਕੀਤੀਆਂ ਨੇ, ਗੱਪਾਂ ਜ਼ਰੂਰ ਮਾਰੀਆਂ ਨੇ, ਪਰ ਉਹਨਾਂ ਬੱਚਿਆਂ ਨੂੰ ਕਦੀ ਅਪਣਾਇਆ ਨਹੀਂ, ਕਦੀ ਉਹਨਾਂ ਬਾਰੇ ਸੋਚਿਆ ਨਹੀਂ, ਕਦੀ ਉਹਨਾਂ ਨੂੰ ਪੁੱਛਿਆ ਨਹੀਂ, ਪੁੱਤਰ ਅੱਜ ਰੋਟੀ ਖਾਧੀ ਕਿ ਨਹੀਂ ਖਾਧੀ, ਨਹੀਂ ਪੁੱਛਿਆ। ਹਾਂ, ਜੇ ਉਹ ਆਪਣੀ ਮਿਹਨਤ ਸਦਕਾ ਕਿਸੇ ਤਰ੍ਹਾਂ ਕਿਸੇ ਵੱਡੇ ਅਹੁਦੇ ਤੇ ਪਹੁੰਚ ਜਾਂਦਾ ਤਾਂ ਫਿਰ ਕਹਿਣਗੇ ਇਹ ਹੈ ਜੀ ਸਾਡੇ ਭਾਰਤ ਦਾ ਪੁੱਤਰ, ਇਹ ਹੈ ਜੀ ਸਾਡੀ ਧਰਤੀ ਦਾ ਪੁੱਤਰ। ਉਸ ਧਰਤੀ ਦੇ ਪੁੱਤਰ ਨੂੰ, ਉਸ ਭਾਰਤ ਦੇ ਪੁੱਤਰ ਨੂੰ ਕਦੀ ਤੁਸੀਂ ਪੁੱਛਿਆ? ਕਦੀ ਨਹੀਂ ਪੁੱਛਿਆ। ਤੇ ਜੇ ਆਪਣੀ ਮਿਹਨਤ ਸਦਕਾ ਅੱਗੇ ਆ ਗਿਆ ਤੇ ਅੱਜ ਤੁਸੀਂ ਉਹਨੂੰ ਅਪਣਾਉਂਦੇ ਪਏ ਹੋ, ਉਹਨੂੰ ਆਪਣਾ ਕਹਿੰਦੇ ਪਏ ਹੋ। ਕਿਉਂ? ਕਿਉਂਕਿ ਅੱਜ ਤੁਸੀਂ ਉਹਨੂੰ ਇਸਤੇਮਾਲ ਕਰਨਾ ਹੈ ਆਪਣੇ ਫਾਇਦੇ ਲਈ, ਆਪਣੇ ਮਕਸਦ ਲਈ, ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਰਾਹ ਤੇ ਤੋਰਨਾ ਹੈ, ਕਿਉਂਕਿ ਆਪਣੇ ਮਤਲਬ ਤੋਂ ਬਿਨਾ ਤੁਸੀਂ ਕਦੇ ਵੀ ਉਹਨੂੰ ਆਪਣਾ ਪੁੱਤਰ ਨਹੀਂ ਕਹੋਗੇ। ਜਦੋਂ ਤੱਕ ਤੁਹਾਨੂੰ ਉਹਦੇ ਵਿੱਚ ਆਪਣਾ ਫਾਇਦਾ ਨਾ ਦਿਖੇ, ਆਪਣਾ ਨਿੱਜੀ ਫਾਇਦਾ ਨਾ ਦਿਖੇ, ਤੁਸੀਂ ਉਹਨੂੰ ਕਦੀ ਨਹੀਂ ਅਪਣਾਓਗੇ। ਇਹ ਤੁਹਾਡਾ ਕਿਰਦਾਰ ਹੈ, ਇਹ ਤੁਹਾਡੀ ਸੋਚ ਹੈ, ਇਸ ਤਰ੍ਹਾਂ ਦੇ ਲੋਕ ਤੁਸੀਂ ਹੋ ਔਰ ਇਸ ਤਰ੍ਹਾਂ ਦੀ ਸੋਚ ਨਾਲ ਤੁਸੀਂ ਚੱਲਦੇ ਹੋ। ਹਾਂ, ਸਾਰੇ ਇਸ ਸੋਚ ਦੇ ਮਾਲਿਕ ਨਹੀਂ ਹੋ ਸਕਦੇ, ਐਕਸੈਪਸ਼ਨ ਇਜ਼ ਦੇਅਰ। ਕੋਈ ਨਾ ਕੋਈ ਇਨਸਾਨ ਹੈ ਜਿਹੜਾ ਵਧੀਆ ਇਨਸਾਨ ਹੋਏਗਾ, ਚਾਹੇ 100 ਵਿੱਚੋਂ 1 ਹੋਵੇ, ਚਾਹੇ 100 ਵਿੱਚੋਂ 5 ਹੋਣ, ਚਾਹੇ 100 ਵਿੱਚੋਂ 10 ਹੋਣ,
ਜ਼ੀਰੋ ਰਿਜ਼ਲਟ ਤਾਂ ਨਹੀਂ ਹੋ ਸਕਦਾ, 100/0 ਤੋਂ ਕਦੀ ਨਹੀਂ ਹੋ ਸਕਦਾ, 100/1 ਤੋਂ ਲੈ ਕੇ 10 ਤੱਕ ਹੋ ਸਕਦਾ ਹੈ। ਉਹਨਾਂ ਠੀਕ ਲੋਕਾਂ ਨੇ ਹੀ ਹਰ ਮਾਹੌਲ ਨੂੰ ਸੰਭਾਲਣਾ ਹੁੰਦਾ ਹੈ ਔਰ ਉਹੀ ਸੰਭਾਲ ਕੇ ਬੈਠੇ ਨੇ, ਚਾਹੇ ਉਹ ਸਿਆਸਤ ਦਾ ਖੇਤਰ ਹੋਵੇ, ਚਾਹੇ ਉਹ ਕੋਈ ਹੋਰ ਖੇਤਰ ਹੋਵੇ। ਤਾਂ ਉਹਨਾਂ 1% ਤੋਂ ਲੈ ਕੇ 10% ਲੋਕਾਂ ਦੇ ਸਿਰ ਦੇ ਉੱਤੇ ਹੀ ਇਹ ਸਭ ਕੁਝ ਚੱਲਦਾ ਹੈ, ਸਾਰਾ ਸਿਸਟਮ ਚੱਲਦਾ ਹੈ, ਚਾਹੇ ਉਹ ਐਡਮਿਨਿਸਟ੍ਰੇਸ਼ਨ ਹੋਵੇ, ਚਾਹੇ ਉਹ ਫਾਈਨੈਂਸ ਹੋਵੇ, ਚਾਹੇ ਉਹ ਸਿਕਿਉਰਿਟੀ ਹੋਵੇ, ਇੰਟਰਨਲ ਐਕਸਟਰਨਲ ਦੋਵੇਂ ਤਰ੍ਹਾਂ ਦੀ। ਇਹੀ ਦੇਸ਼ ਨੂੰ ਚਲਾਉਂਦੇ ਨੇ ਜੋ ਵਾਕਈ ਕਿਰਦਾਰ ਦੇ ਸੱਚੇ ਨੇ, ਜੋ ਵਾਕਈ ਉਹਨਾਂ ਸ਼ਹੀਦਾਂ ਦੀ ਦਿਲੋਂ ਕਦਰ ਕਰਦੇ ਨੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਆਪਣੀਆਂ ਜਾਨਾਂ ਦਿੱਤੀਆਂ ਨੇ, ਜੋ ਵਾਕਈ ਆਪਣੇ ਦਿਲੋਂ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਸੈਲਿਊਟ ਕਰਦੇ ਨੇ। ਮਾਹਿਰ ਮੰਨਦੇ ਨੇ ਕਿ ਪੰਜਾਬ ਦੀ ਸਿਆਸਤ ਧੜੇਬਾਜ਼ੀ ਦੀ ਸਿਆਸਤ ਹੈ, ਜਿਹਦੇ ਵਿੱਚ ਅਸੂਲ ਕਿਤੇ ਪਿੱਛੇ ਰਹਿ ਜਾਂਦੇ ਨੇ, ਸੱਚਾਈ ਕਿਤੇ ਪਿੱਛੇ ਰਹਿ ਜਾਂਦੀ ਹੈ। ਤੇ ਮਾਹਿਰ ਇਹ ਵੀ ਕਹਿੰਦੇ ਨੇ ਕਿ ਸੱਚਾਈ ਦਾ ਤੇ ਸਿਆਸਤ ਦਾ ਦੂਰ ਦੂਰ ਤੱਕ ਕੋਈ ਵਾਸਤਾ ਨਹੀਂ ਹੁੰਦਾ, ਕਿਉਂਕਿ ਸਿਆਸਤ ਦਾ ਮਤਲਬ ਹੈ ਸਿਆਸਤ, ਕਾਲਾ ਸੱਚ, ਝੂਠਾਂ ਦੀ ਹੀ ਸਾਰੀ ਗੇਮ ਹੁੰਦੀ ਹੈ। ਇਹ ਮਾਹਿਰ ਮੰਨਦੇ ਨੇ, ਪਰ ਕਿਤੇ ਨਾ ਕਿਤੇ ਸੱਚਾਈ ਵੀ ਵੇਖਣ ਨੂੰ ਮਿਲਦੀ ਹੈ, ਭਾਵੇਂ ਛੋਟੇ ਛੋਟੇ ਜੁਗਨੂਆਂ ਦੇ ਰੂਪ ਦੇ ਵਿੱਚ ਹੀ ਕਿਉਂ ਨਾ ਮਿਲੇ, ਕਿਤੇ ਕਿਤੇ ਟਿਮਟਮਾਉਂਦੀ ਹੋਈ ਸੱਚਾਈ ਜ਼ਰੂਰ ਨਜ਼ਰ ਆਉਂਦੀ ਹੈ। ਉਸੇ ਨੂੰ ਹੀ ਧਿਆਨ 'ਚ ਰੱਖ ਕੇ ਜਮਹੂਰੀਅਤ ਦੇ ਲੋਕ, ਪੰਜਾਬ ਦੇ ਲੋਕ ਅੱਗੇ ਵਧਦੇ ਨੇ ਤੇ ਵੋਟਾਂ ਪਾਉਣਾ ਆਪਣਾ ਧਰਮ ਸਮਝਦੇ ਨੇ ਤੇ ਵੋਟਾਂ ਪਾਉਣਾ ਆਪਣਾ ਸੰਵਿਧਾਨਿਕ ਹੱਕ ਸਮਝਦੇ ਨੇ, ਜੋ ਹੈ ਵੀ, ਤੇ ਉਹ ਨਿਭਾਉਂਦੇ ਵੀ ਨੇ ਆਪਣਾ ਧਰਮ, ਆਪਣਾ ਸੰਵਿਧਾਨਿਕ ਹੱਕ। ਤਾਂ ਇਸ ਚੀਜ਼ ਨੂੰ ਲੈ ਕੇ ਲੋਕ ਅੱਗੇ ਤੁਰਦੇ ਨੇ, ਪਰ ਲੋਕਾਂ ਨੂੰ ਵੀ ਕਈ ਤਰ੍ਹਾਂ ਦੇ ਕਨਫਿਊਜ਼ਨਸ ਹੁੰਦੇ ਨੇ, ਕਿਉਂਕਿ ਪਾਰਟੀਆਂ ਉਹਨਾਂ ਨੂੰ ਕਨਫਿਊਜ਼ਨ ਦੇ ਵਿੱਚ ਪਾ ਕੇ ਰੱਖਦੀਆਂ ਨੇ, ਕੁਝ ਵੀ ਕਲੀਅਰ ਨਹੀਂ ਕਰਦੀਆਂ, ਕੁਝ ਵੀ ਪਾਰਦਰਸ਼ੀ ਨਹੀਂ ਹੁੰਦਾ, ਕਿਉਂਕਿ ਸਿਆਸਤਦਾਨਾਂ ਦੀ ਗੇਮ ਇਹੀ ਹੁੰਦੀ ਹੈ ਕਿ ਜਿੰਨੇ ਭਰਮ ਭੁਲੇਖੇ ਪਾ ਕੇ ਰੱਖੇ ਜਾਣ ਓਨਾ ਹੀ ਸਾਡਾ ਫਾਇਦਾ ਹੋਏਗਾ। ਤੇ ਲੋਕ ਹਮੇਸ਼ਾ ਅਚੰਭੇ 'ਚ ਰਹਿੰਦੇ ਨੇ, ਲੋਕ ਹਮੇਸ਼ਾ ਸੋਚਾਂ 'ਚ ਰਹਿੰਦੇ ਨੇ ਇਹ ਕਰਨਾ ਕੀ ਚਾਹੁੰਦੇ ਨੇ। ਜਿਵੇਂ ਲੋਕ ਪੁੱਛਦੇ ਨੇ ਕਿ ਤੁਹਾਡੀ ਪਾਰਟੀ ਦਾ ਸੀਐਮ ਦਾ ਚਿਹਰਾ ਕੌਣ ਹੋਏਗਾ, ਕਿਉਂਕਿ ਪੰਜਾਬ ਦੀ ਜਿਹੜੀ ਸਿਆਸਤ ਹੈ ਉਹ ਮੁੱਦਿਆਂ ਤੋਂ ਜ਼ਿਆਦਾ ਸੀਐਮ ਦੇ ਚਿਹਰੇ ਦੇ ਉੱਤੇ ਜ਼ਿਆਦਾ ਟਿਕੀ ਹੋਈ ਹੈ, ਕਿਉਂਕਿ ਲੋਕ ਕਈ ਵਾਰ ਚਿਹਰੇ ਨੂੰ ਦੇਖ ਕੇ ਵੀ ਵੋਟਾਂ ਪਾਉਂਦੇ ਨੇ। ਤਾਂ ਅਕਾਲੀ ਪਾਰਟੀ ਦਾ ਤੇ ਬਿਲਕੁਲ ਸਾਫ਼ ਏਜੰਡਾ ਹੈ, ਕਿਉਂਕਿ ਬਾਦਲ ਪਰਿਵਾਰ ਦਾ ਪੂਰਾ ਦਬਦਬਾ ਹੈ ਅਕਾਲੀ ਪਾਰਟੀ ਦੇ ਉੱਤੇ, ਤਾਂ ਸੁਖਬੀਰ ਭਾਜੀ ਹੀ ਪਾਰਟੀ ਦੇ ਚਿਹਰੇ ਨੇ ਐਜ਼ ਸੀਐਮ, ਤੇ ਬਾਕੀ ਸਾਰੀ ਗੇਮ ਬਣਨ ਤੇ ਦੇਖਿਆ ਜਾਏਗਾ ਕਿਹਨੂੰ ਕਿਹੜਾ ਅਹੁਦਾ ਦੇਣਾ ਹੈ। ਕਾਂਗਰਸ ਦੇ ਅੰਦਰ ਹਜੇ ਤੱਕ ਕੋਈ ਡਿਸਾਈਡ ਨਹੀਂ ਹੋ ਰਿਹਾ ਕਿ ਕਿਹੜਾ ਸੀਐਮ ਦਾ ਚਿਹਰਾ ਹੋਏਗਾ। ਹਾਂ, ਚੰਨੀ ਸਾਹਿਬ ਨੂੰ 2 ਥਾਵਾਂ ਤੋਂ ਲੜਵਾਉਣ ਦੀ ਚੋਣਾਂ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ, ਤੇ ਜੇ ਚੰਨੀ ਸਾਹਿਬ 2 ਜਗ੍ਹਾ ਤੋਂ ਚੋਣਾਂ ਲੜਦੇ ਨੇ ਤਾਂ ਫਿਰ ਇਹ ਗੱਲ ਨਿਸ਼ਚਿਤ ਹੀ ਸਮਝੋ ਕਿ ਸੀਐਮ ਦਾ ਚਿਹਰਾ ਉਹ ਹੋਏਗਾ। ਇਹ ਮਾਹਿਰ ਮੰਨਦੇ ਨੇ। ਸੋ 2 ਥਾਂ ਤੋਂ ਚੋਣਾਂ ਲੜਵਾਉਣਾ, ਇੱਕ ਇਹ ਵੀ ਵਿਰੋਧੀ ਪਾਰਟੀਆਂ ਕਹਿੰਦੀਆਂ ਨੇ ਕਿ ਉਹਨਾਂ ਨੂੰ ਕੌਨਫੀਡੈਂਸ ਨਹੀਂ ਹੈ, ਸ਼ਾਇਦ ਇੱਕ ਥਾਂ ਤੋਂ ਹਾਰ ਜਾਣ ਦਾ ਖਤਰਾ ਹੈ, ਇਸ ਕਰਕੇ 2 ਥਾਵਾਂ ਤੋਂ ਚੋਣਾਂ ਲੜਵਾਉਣਾ ਚਾਹੁੰਦੇ ਨੇ। ਖੈਰ, ਸੀਐਮ ਦੀ ਕੁਰਸੀ ਦੇ ਵਾਸਤੇ ਹਮੇਸ਼ਾ ਕਾਂਗਰਸ ਦੀ ਇੱਕ ਸਟ੍ਰੈਟਜੀ ਰਹੀ ਹੈ, ਇਹ ਵੀ ਉਹਨਾਂ ਦੀ ਸਟ੍ਰੈਟਜੀ ਦਾ ਹਿੱਸਾ ਹੋਏਗਾ। ਜਾਖੜ ਸਾਹਿਬ ਵੀ ਮੌਜੂਦ ਨੇ, ਰੰਧਾਵਾ ਸਾਹਿਬ ਵੀ ਮੌਜੂਦ ਨੇ, ਚੌਧਰੀ ਸਾਹਿਬ ਵੀ ਮੌਜੂਦ ਨੇ, ਇਸ ਤਰ੍ਹਾਂ ਬਹੁਤ ਸਾਰੇ ਚਿਹਰੇ ਨੇ। ਪਿੱਛੇ ਜੇ ਗੱਲ ਹੋਈ ਸੀ 111 ਚਿਹਰੇ ਨੇ, 111 ਦਾ ਮਤਲਬ 3 AK, ਇੱਕ ਤਾਂ ਹੋ ਗਏ ਸਿੱਧੂ ਸਾਹਿਬ, ਇੱਕ ਹੋ ਗਏ ਚੰਨੀ ਸਾਹਿਬ ਤੇ ਇੱਕ ਹੋ ਗਏ ਜਾਖੜ ਸਾਹਿਬ। ਪਰ ਮਾਹਿਰ ਕਹਿੰਦੇ ਨੇ 111 ਦਾ ਮਤਲਬ 111 ਹੀ ਹੈ, ਤੇ 111 ਹੀ ਨਹੀਂ ਬਲਕਿ ਬਹੁਤ ਸਾਰੇ 111 ਨੇ, ਯਾਨੀ ਕਿ ਬਹੁਤ ਲੋਕ ਜਿਹੜੇ ਬੈਠੇ ਨੇ ਕਾਂਗਰਸ ਦੇ ਅੰਦਰ ਉਸ ਐਜ਼ ਸੀਐਮ ਅੱਗੇ ਆਉਣਾ ਚਾਹੁੰਦੇ ਨੇ। ਕਿਸੇ ਵਕਤ ਰਾਹੁਲ ਗਾਂਧੀ ਨੇ ਕਿਹਾ ਸੀ ਮਨਪ੍ਰੀਤ ਬਾਦਲ ਜੀ ਵੀ ਸਾਡਾ ਚਿਹਰਾ ਹੋ ਸਕਦੇ ਨੇ ਪੰਜਾਬ ਦੇ ਅੰਦਰ ਸੀਐਮ ਦਾ, ਜੋ ਇਸ ਵਕਤ ਖਜ਼ਾਨਾ ਮੰਤਰੀ ਨੇ। ਇਸ ਕਰਕੇ ਹਜੇ ਸੀਐਮ ਦੇ ਚਿਹਰੇ ਦੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਕਾਂਗਰਸ ਵੱਲੋਂ। ਹਾਲਾਂਕਿ ਇਹ ਗੱਲ ਜ਼ਰੂਰ ਸਾਹਮਣੇ ਆਈ ਹੈ ਕਿ 3 ਯੂਨਾਈਟਿਡ ਚਿਹਰੇ ਹੋਣਗੇ ਜਿਨ੍ਹਾਂ ਦਾ ਪੋਸਟਰ ਦੇ ਉੱਤੇ ਚਿਹਰਾ ਛਪਿਆ ਹੋਏਗਾ, ਜਾਖੜ ਸਾਹਿਬ, ਸਿੱਧੂ ਸਾਹਿਬ ਤੇ ਚੰਨੀ ਸਾਹਿਬ। ਪਰ ਜੋ ਸਾਡੇ ਸਿੱਧੂ ਸਾਹਿਬ ਨੇ ਉਹ ਰੁੱਸੇ ਹੋਏ ਨੇ ਕਿ ਨਹੀਂ ਜੀ, ਮੈਨੂੰ ਐਜ਼ ਸੀਐਮ ਪ੍ਰੋਜੈਕਟ ਕੀਤਾ ਜਾਏ। ਹਾਲਾਂਕਿ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਉਹਨਾਂ ਨੇ 1 ਹਫ਼ਤੇ ਦਾ ਟਾਈਮ ਦਿੱਤਾ ਹੋਇਆ ਕਿ ਹਾਈ ਕਮਾਂਡ ਮੇਰੇ ਬਾਰੇ ਸੋਚ ਲਵੇ। ਹੁਣ 1 ਹਫ਼ਤੇ ਬਾਅਦ ਸਿੱਧੂ ਸਾਹਿਬ ਨੇ ਕੀ ਕਹਿਣਾ ਤੇ ਕੀ ਨਹੀਂ ਕਹਿਣਾ, ਇਹ ਤਾਂ ਸਿੱਧੂ ਸਾਹਿਬ ਦੇ ਮਨ ਦੀ ਗੱਲ ਹੈ, ਕਿਉਂਕਿ ਉਹਨਾਂ ਦੇ ਮਨ ਦਾ ਕਦੀ ਕਿਸੇ ਨੂੰ ਪਤਾ ਨਹੀਂ ਹੁੰਦਾ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਤੇ ਕੀ ਕਰਨਾ ਚਾਹੁੰਦੇ ਨੇ। ਤੇ ਅੱਜ ਦੇਖਿਆ ਜਾਵੇ ਤੇ ਪਾਰਟੀ ਦੇ ਅੰਦਰ ਵੀ ਉਹ ਆਪਣਾ ਕੋਈ ਧੜਾ ਨਹੀਂ ਬਣਾ ਸਕੇ। ਪਾਰਟੀ ਦੇ ਅੰਦਰ ਵੀ ਕੋਈ ਐਸਾ ਸ਼ਾਇਦ ਹੀ ਸ਼ਖਸ ਹੋਵੇ ਜਿਹੜਾ ਉਹਨਾਂ ਦੇ ਪਿੱਛੇ ਜਾ ਕੇ ਖੜਾ ਹੋਵੇ ਕਿ ਮੈਂ ਸਿੱਧੂ ਸਾਹਿਬ ਦੇ ਨਾਲ ਹਾਂ। ਬਿਲਕੁਲ ਇਕੱਲੇ ਲੱਗਦੇ ਨੇ ਇਸ ਵਕਤ। ਹਾਂ, ਬਿਆਨਬਾਜ਼ੀਆਂ, ਸਟੇਟਮੈਂਟਸ ਬਹੁਤ ਵੱਡੀਆਂ ਨੇ। ਉਹਨਾਂ ਦਾ ਇੱਕ ਪੰਜਾਬ ਮਾਡਲ ਵੀ ਹੈ ਜੋ ਉਹਨਾਂ ਦੇ ਦਿਮਾਗ ਦੇ ਅੰਦਰ ਹੀ ਹੈ, ਉਹਨਾਂ ਦੇ ਅੰਦਰ ਹੀ ਹੈ ਕਿ ਉਹ ਪੰਜਾਬ ਮਾਡਲ ਹੈ ਕੀ, ਸਾਹਮਣੇ ਨਹੀਂ ਰੱਖਿਆ। ਸਾਹਮਣੇ ਉਦੋਂ ਰੱਖਣਾ ਹੈ ਜਦੋਂ ਮੈਨੂੰ ਐਜ਼ PM ਪ੍ਰੋਜੈਕਟ ਕਰੋਗੇ, ਤੇ ਸ਼ਾਇਦ ਉਦੋਂ ਸਾਹਮਣੇ ਰੱਖਿਆ ਜਾਏ ਜਦੋਂ
ਸਿੱਧੂ ਸਾਹਿਬ ਸੀਐਮ ਬਣ ਜਾਣਗੇ। ਪਤਾ ਨਹੀਂ ਉਹ ਬਣਨਗੇ ਵੀ ਕਿ ਨਹੀਂ, ਤੇ ਉਹ ਪ੍ਰੋਜੈਕਟ ਮਾਡਲ ਜਿਹੜਾ ਪੰਜਾਬ ਦੇ ਵਿਕਾਸ ਦਾ ਸਿੱਧੂ ਸਾਹਿਬ ਦੇ ਅੰਦਰ ਹੈ, ਕਿਤੇ ਸਿੱਧੂ ਸਾਹਿਬ ਦੇ ਅੰਦਰ ਹੀ ਨਾ ਪਿਆ ਰਹਿ ਜਾਵੇ। ਪਰ ਸਿੱਧੂ ਸਾਹਿਬ ਨੂੰ ਚਾਹੀਦਾ, ਜਿਵੇਂ ਟਵੀਟ ਤੇ ਟਵੀਟ ਮਾਰਦੇ ਨੇ, ਉਸ ਮਾਡਲ ਦਾ ਕੋਈ ਨਾ ਕੋਈ ਅੰਗ, ਕੋਈ ਨਾ ਕੋਈ ਅੰਸ਼, ਕੋਈ ਨਾ ਕੋਈ ਝਲਕ ਸਾਡੇ ਸਾਹਮਣੇ ਤਾਂ ਲਿਆਉਣ, ਤਾਂ ਕਿ ਸਾਨੂੰ ਪਤਾ ਲੱਗੇ ਕਿ ਸਿੱਧੂ ਸਾਹਿਬ ਦੇ ਅੰਦਰ ਕਿਹੜਾ ਮਾਡਲ ਹੈ, ਸਿੱਧੂ ਸਾਹਿਬ ਦੇ ਅੰਦਰ ਕਿਹੜਾ ਪੰਜਾਬ ਵਸਦਾ। ਹਾਂ, ਬਹੁਤ ਵਧੀਆ ਗੱਲ ਕਹਿਣਗੇ ਕਿ ਮੇਰੇ ਅੰਦਰ ਪੰਜਾਬ ਦਾ ਸੱਭਿਆਚਾਰ ਹੈ, ਮੇਰੇ ਅੰਦਰ ਗੁਰੂਆਂ ਪੀਰਾਂ ਦਾ ਪੰਜਾਬ ਹੈ। ਬਹੁਤ ਵਧੀਆ ਗੱਲ ਹੈ, ਸਿੱਧੂ ਸਾਹਿਬ ਬਹੁਤ ਵਧੀਆ ਇਨਸਾਨ ਨੇ, ਦਿਲੋਂ ਬਹੁਤ ਵਧੀਆ ਨੇ, ਪਰ ਸਿਆਸਤਦਾਨ ਕਿੱਦਾਂ ਦੇ ਨੇ, ਇਹ ਗੱਲ ਹਜੇ ਸਾਹਮਣੇ ਆਣੀ ਬਾਕੀ ਹੈ। ਹਜੇ ਸਿੱਧੂ ਸਾਹਿਬ ਨੂੰ ਆਪਣੇ ਆਪ ਨੂੰ ਪ੍ਰੂਵ ਕਰਨਾ ਬਾਕੀ ਹੈ, ਹਜੇ ਉਹ ਆਪਣੇ ਆਪ ਨੂੰ ਸਿੱਧ ਨਹੀਂ ਕਰ ਪਾ ਰਹੇ। ਇਸ ਕਰਕੇ ਸਿੱਧੂ ਸਾਹਿਬ ਨੂੰ ਆਪਣੇ ਆਪ ਨੂੰ ਸਿੱਧ ਕਰਨਾ ਪੈਣਾ, ਤਾਂ ਦੇਖੋ ਪਾਰਟੀ ਦੇ ਅੰਦਰ ਉਹਨਾਂ ਦੀ ਕੀ ਜਗ੍ਹਾ ਬਣਦੀ ਹੈ। ਤੇ ਨਾਲ ਦੀ ਨਾਲ ਕਿਸਾਨਾਂ ਦੀ ਜੇ ਗੱਲ ਕਰੀਏ ਤਾਂ ਰਾਜੇਵਾਲ ਸਾਹਿਬ ਦਾ ਚਿਹਰਾ ਹੈ ਹੀ ਨੇ ਸੰਯੁਕਤ ਸਮਾਜ ਮੋਰਚਾ ਦਾ, ਤੇ ਨਾਲ ਦੀ ਨਾਲ ਜਿਹੜੀ ਸੰਯੁਕਤ ਸੰਘਰਸ਼ ਮੋਰਚਾ ਹੈ ਉਹ ਚੜੂਨੀ ਸਾਹਿਬ ਦੀ ਹੈ। ਹੁਣ ਅਜੇ ਕਿਹੜਾ ਚਿਹਰਾ ਐਲਾਨ ਕਰਨਾ ਹੈ ਇਹ ਪਤਾ ਨਹੀਂ, ਹੋ ਸਕਦਾ ਚੜੂਨੀ ਸਾਹਿਬ ਖੁਦ ਹੀ ਸੀਐਮ ਬਣਨਾ ਚਾਹੁੰਦੇ ਹੋਣ, ਤੇ ਨਾਲ ਬੱਬੂ ਮਾਨ ਜੀ ਵੀ ਆਏ ਨੇ ਆਪਣਾ ਜੂਝਦਾ ਪੰਜਾਬ ਲੈ ਕੇ। ਹੋ ਸਕਦਾ ਕਿ ਉਹ ਸੀਐਮ ਬਣਨ 'ਚ ਇੰਟਰਸਟਿਡ ਹੋਣ, ਪਰ ਲੱਗਦਾ ਨਹੀਂ ਕਿ ਉਹ ਸੀਐਮ ਬਣਨ 'ਚ ਇੰਟਰਸਟਿਡ ਨੇ। ਕਿ ਜੇ ਉਹਨਾਂ ਦਾ ਕਿਰਦਾਰ ਦੇਖੀਏ ਤਾਂ ਉਹ ਕਿਰਦਾਰ ਹਮੇਸ਼ਾ ਸੇਵਾ ਭਾਵਨਾ ਵਾਲਾ ਹੈ, ਇੱਕ ਸੇਵਕ ਵਾਲਾ ਹੈ ਕਿ ਮੈਂ ਆਪਣੇ ਪੰਜਾਬ ਦੀ ਸੇਵਾ ਕਰਨਾ ਚਾਹੁੰਦਾ, ਇੱਕ ਪਾਰਟੀ ਕਾਰਕੁਨ ਬਣ ਕੇ, ਇੱਕ ਵੋਲੰਟੀਅਰ ਬਣ ਕੇ ਕਰਨਾ ਚਾਹੁੰਦਾ, ਜੋ ਉਹਨਾਂ ਦਾ ਕਿਰਦਾਰ ਹੈ। ਬਾਕੀ ਦਿਲ ਦੀ ਕਿਸੇ ਨੂੰ ਪਤਾ ਨਹੀਂ ਹੁੰਦੀ, ਕਿਉਂਕਿ ਸਿਆਸਤ ਹੈ, ਕਿਸੇ ਦੀ ਵੀ ਇੱਛਾ ਕਿਸੇ ਵੀ ਅਹੁਦੇ ਵਾਸਤੇ ਜਾਗ ਸਕਦੀ ਹੈ। ਤੇ ਹੁਣ ਗੱਲ ਕਰੀਏ ਆਪਾਂ ਆਮ ਆਦਮੀ ਪਾਰਟੀ ਦੀ, ਤੇ ਇੱਕ ਫੋਨ ਨੰਬਰ ਦੇ ਦਿੱਤਾ ਜੀ ਕਿ ਫੋਨ ਨੰਬਰ ਘੁਮਾਓ, ਆਪਣੇ ਦਿਲ ਦੀ ਗੱਲ ਦੱਸੋ ਕਿ ਤੁਸੀਂ ਐਸ ਸੀਐਮ ਕਿਹਨੂੰ ਚਾਹੁੰਦੇ ਹੋ। ਕਿਉਂਕਿ ਪਿੱਛੇ ਜੇ ਜਦੋਂ ਗੱਲ ਹੋਈ ਸੀ ਕਿ ਐਲਾਨ ਨਹੀਂ ਕੀਤਾ ਜਾ ਰਿਹਾ ਭਗਵੰਤ ਮਾਨ ਜੀ ਦੇ ਚਿਹਰੇ ਦਾ ਐਸ ਸੀਐਮ, ਤਾਂ ਉਹ ਮਹੀਨਾ, ਸਵਾ ਮਹੀਨਾ, ਪਤਾ ਨਹੀਂ ਡੇਢ ਮਹੀਨਾ ਆਪਣੀ ਪਾਰਟੀ ਤੋਂ ਥੋੜੀ ਦੂਰੀ ਬਣਾ ਕੇ ਬੈਠ ਗਏ ਸੀ, ਗਤੀਵਿਧੀਆਂ ਤੋਂ ਪਤਾ ਨਹੀਂ ਰੁੱਸ ਗਏ ਸੀ ਜਾਂ ਕੁਝ ਸੋਚ ਰਹੇ ਸੀ, ਵਿਚਾਰ ਕਰ ਰਹੇ ਸੀ। ਕਿਉਂਕਿ ਕਈ ਵਾਰ ਸੈਲਫ ਇੰਟਰੋਸਪੈਕਸ਼ਨ ਵੀ ਕਰਨੀ ਹੁੰਦੀ ਹੈ ਕਿ ਮੈਂ ਕਿੱਥੇ ਕਮਜ਼ੋਰ ਹਾਂ, ਮੇਰੀ ਕਿੱਥੇ ਕਮੀ ਹੈ, ਮੈਂ ਕਿਹੜਾ ਕੰਮ ਸਹੀ ਨਹੀਂ ਕੀਤਾ। ਇਸ ਕਰਕੇ ਆਪਣੇ ਆਪ ਨੂੰ ਕਰੈਕਟ ਕਰਨ ਵਾਸਤੇ ਕਈ ਵਾਰ ਬੰਦਾ ਇਕਾਂਤਵਾਸ ਵਿੱਚ ਚਲਾ ਜਾਂਦਾ, ਉੱਥੇ ਬਹਿ ਕੇ ਸੋਚਦਾ ਹੈ, ਆਪਣੇ ਆਪ ਨੂੰ ਘੋਖਦਾ ਹੈ, ਫਿਰ ਇੱਕ ਨਵਾਂ ਰੂਪ ਲੈ ਕੇ, ਇੱਕ ਨਵੀਂ ਪਰਸਨੈਲਿਟੀ, ਇੱਕ ਨਵਾਂ ਕਿਰਦਾਰ ਲੈ ਕੇ ਸਾਹਮਣੇ ਆਉਂਦਾ ਹੈ, ਬਾਹਰ ਆਉਂਦਾ ਹੈ, ਤੇ ਬਾਹਰ ਆ ਕੇ ਫਿਰ ਤੋਂ ਕੰਮ ਕਰਨਾ ਸ਼ੁਰੂ ਕਰਦਾ ਹੈ। ਖੈਰ, ਕਿਹਾ ਜਾਂਦਾ ਹੈ ਕਿ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਮੈਨੂੰ ਤੇ ਬਹੁਤ ਵਧੀਆ ਲੱਗਦਾ ਹੈ, ਭਗਵੰਤ ਮਾਨ ਮੇਰੇ ਛੋਟੇ ਭਰਾ ਵਾਂਗ ਹੈ, ਮੈਂ ਇਹਨੂੰ ਅੱਗੇ ਵਧਾਉਣਾ ਚਾਹੁੰਦਾ, ਮੈਂ ਇਹਨੂੰ ਐਜ਼ ਸੀਐਮ ਦੇਖਣਾ ਚਾਹੁੰਦਾ ਪੰਜਾਬ ਦਾ। ਤੇ ਅੱਗੋਂ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਕਿ ਆਪਾਂ ਲੋਕਾਂ ਦੀ ਵੀ ਰਾਏ ਲੈ ਲਈਏ, ਕਮਰੇ 'ਚ ਬਹਿ ਕੇ ਸਾਰੇ ਪਾਰਟੀ ਵਰਕਰਸ ਆਪਸ 'ਚ ਰਾਏ ਬਣਾਉਣੇ ਆ, ਇਸ ਨਾਲੋਂ ਚੰਗਾ ਕਿ ਲੋਕਾਂ ਦੀ ਰਾਏ ਲੈ ਲਈਏ। ਤੇ ਫਿਰ ਲੋਕਾਂ ਦੀ ਰਾਏ ਲੈਣ ਵਾਸਤੇ ਇੱਕ ਫੋਨ ਨੰਬਰ ਦੇ ਦਿੱਤਾ ਗਿਆ ਕਿ ਤੁਸੀਂ ਫੋਨ ਨੰਬਰ ਘੁਮਾਓ, ਤੁਸੀਂ ਇਹ ਦੱਸੋ ਕਿ ਐਜ਼ ਸੀਐਮ ਕੌਣ ਹੋ ਸਕਦਾ ਹੈ ਆਮ ਆਦਮੀ ਪਾਰਟੀ ਚੋਂ ਜੋ ਤੁਸੀਂ ਚਾਹੁੰਦੇ ਹੋ। ਹੁਣ ਉਹਦੇ 'ਚ ਜ਼ਰੂਰੀ ਸੀ ਲੋਕਾਂ ਵਾਸਤੇ ਕਿ ਉਹ 2-3 ਆਪਸ਼ਨਸ ਤਾਂ ਦੇ ਦਿੰਦੇ, ਜਿਵੇਂ ਅਮਿਤਾਭ ਬੱਚਨ ਸਾਹਿਬ ਦਿੰਦੇ ਹੁੰਦੇ ਨੇ ਨਾ ਕੌਣ ਬਣੇਗਾ ਕਰੋੜਪਤੀ ਦੇ ਵਿੱਚ, ਉਵੇਂ ਆਪਸ਼ਨਸ ਦੇ ਦਿੰਦੇ ਕਿ ਫੋਨ ਘੁਮਾਓ, ਇਹ 3 ਆਪਸ਼ਨਸ ਨੇ, ਤਿੰਨਾਂ ਵਿੱਚੋਂ ਕੌਣ ਚਾਹੀਦਾ। ਹੁਣ ਆਪਸ਼ਨ ਤੇ ਕੋਈ ਦਿੱਤੀ ਨਹੀਂ, ਹੁਣ ਆਪਸ਼ਨ ਤੋਂ ਬਿਨਾਂ ਕਿਹਦਾ ਚਿਹਰਾ ਆਏਗਾ, ਕੋਈ ਸੀਐਮ ਸਾਹਿਬ ਦਾ ਕਹੇਗਾ, ਠੀਕ ਹੈ, ਜਿਹੜੇ ਭਗਵੰਤ ਮਾਨ ਨੇ, ਹੋ ਸਕਦਾ ਕਈ ਲੋਕ ਕੇਜਰੀਵਾਲ ਸਾਹਿਬ ਨੂੰ ਕਹਿ ਦੇਣ, ਕੋਈ ਕਿਸੇ ਹੋਰ ਨੂੰ ਕਹਿ ਦੇਣ। ਔਰ ਕੇਜਰੀਵਾਲ ਸਾਹਿਬ ਤਾਂ ਇਹ ਵੀ ਕਹਿੰਦੇ ਨੇ ਕਿ ਜੇ ਕੋਈ ਬਾਹਰ ਦਾ ਬੰਦਾ ਹੋਇਆ ਤਾਂ ਖੁਦ ਭਗਵੰਤ ਮਾਨ ਸਾਹਿਬ ਜਾ ਕੇ ਉਹਨਾਂ ਨੂੰ ਮਨਾ ਕੇ ਲੈ ਕੇ ਆਉਣਗੇ। ਹੁਣ ਜੇ ਲੋਕਾਂ ਨੇ ਸਿੱਧੂ ਸਾਹਿਬ ਦਾ ਚਿਹਰਾ ਅਨਾਊਂਸ ਕਰਨ ਵਾਸਤੇ ਕਹਿ ਦਿੱਤਾ, ਹੁਣ ਭਗਵੰਤ ਮਾਨ ਸਾਹਿਬ ਸਿੱਧੂ ਸਾਹਿਬ ਨੂੰ ਮਨਾਉਣ ਜਾਣਗੇ ਕਿ ਆਓ ਜੀ ਤੁਸੀਂ ਜੁਆਇਨ ਕਰੋ ਜੀ ਆਮ ਆਦਮੀ ਪਾਰਟੀ, ਤੇ ਤੁਸੀਂ ਚੀਫ ਮਿਨਿਸਟਰ ਬਣੋ ਪੰਜਾਬ ਦੇ, ਜੇ ਤੁਸੀਂ ਚੋਣਾਂ 'ਚ ਜਿੱਤ ਜਾਂਦੇ ਹੋ ਆਮ ਆਦਮੀ ਪਾਰਟੀ ਜੁਆਇਨ ਕਰਨ ਤੋਂ ਬਾਅਦ। ਤਾਂ ਇਸ ਕਰਕੇ ਕਨਫਿਊਜ਼ਨ ਫੇਰ ਹੋ ਗਿਆ। ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਸਿਆਸਤਦਾਨ ਹਮੇਸ਼ਾ ਕਨਫਿਊਜ਼ਨ 'ਚ ਪਾ ਕੇ ਰੱਖਦੇ ਨੇ, ਭੰਬਲ ਭੂਸੇ 'ਚ ਪਾ ਕੇ ਰੱਖਦੇ ਨੇ, ਤਾਂ ਕਿ ਲੋਕਾਂ ਨੂੰ ਕੁਝ ਗੇਮ ਸਮਝ ਨਾ ਆਏ ਕਿ ਗੇਮ ਕੀ ਹੈ। ਜਿਵੇਂ ਸਾਡਾ ਫਾਈਨਾਂਸ ਸਿਸਟਮ ਹੈ ਨਾ, ਪੂਰੀ ਦੁਨੀਆ ਦਾ ਬੈਂਕਿੰਗ ਸਿਸਟਮ, ਫਾਈਨਾਂਸ ਸਿਸਟਮ, ਸਭ ਕੁਝ, ਇਹ ਸਾਰਾ ਫਾਈਨਾਂਸ ਸਿਸਟਮ ਭੰਬਲ ਭੂਸਿਆਂ 'ਚ ਪਾ ਕੇ ਰੱਖਦਾ ਹੈ। ਹਮੇਸ਼ਾ ਚਲਾਕੀਆਂ ਖੇਡਦੇ ਨੇ ਜਿਹੜੇ ਇਹਦੇ ਪਿੱਛੇ ਗੇਮ ਖੇਡਦੇ ਨੇ, ਤਾਂ ਕਿ ਲੋਕਾਂ ਨੂੰ ਪਤਾ ਨਾ ਲੱਗੇ ਕਿ ਇਹ ਚਾਲ ਕੀ ਚੱਲਦੇ ਪਏ ਨੇ। ਔਰ ਤੁਸੀਂ ਦੇਖੋ ਹਮੇਸ਼ਾ ਪਬਲਿਕ ਦਾ ਨੁਕਸਾਨ ਹੁੰਦਾ ਹੈ। ਟੈਕਸ ਦੇਣ ਵਾਲੇ ਸਾਰੇ ਲੋਕਾਂ ਦੀ ਜਿਹੜੀ ਟੈਕਸ ਮਨੀ ਹੈ ਉਹਦੇ ਉੱਤੇ ਇਹ ਜਿਹੜੇ ਉੱਤੇ ਬੈਠੇ ਲੋਕ ਨੇ, ਭਾਵੇਂ ਸਿਆਸਤਦਾਨ ਨੇ, ਭਾਵੇਂ ਵੱਡੇ ਵੱਡੇ ਕਾਰਪੋਰੇਟ ਹਾਊਸਿਸ, ਬਿਜ਼ਨਸ ਹਾਊਸਿਸ ਨੇ, ਉਹ ਆਪਣੀ ਐਸ਼ ਕਰਦੇ ਨੇ। ਉਹ ਲੋਕ ਵਿਚਾਰੇ ਉਹ ਆਪਣੀ EMI ਭਰਦੇ ਰਹਿੰਦੇ ਨੇ, ਆਪਣੇ ਲੋਨ ਦੇ ਕਿਸ਼ਤਾਂ ਹੀ ਚੁਕਾਉਂਦੇ ਰਹਿੰਦੇ ਨੇ, ਆਪਣੇ ਵਿਆਜ ਹੀ ਭਰਦੇ ਰਹਿੰਦੇ। ਵਿਚਾਰਿਆਂ ਨੂੰ ਕੁਝ ਪਤਾ ਨਹੀਂ ਲੱਗਦਾ ਸਾਡੀ ਇਨਕਮ ਦਾ ਬਣਨਾ ਕੀ ਹੈ, ਸਾਡੇ ਪੈਸੇ ਦਾ, ਸਾਡੀ ਜਾਇਦਾਦ ਦਾ ਬਣਨਾ ਕੀ ਹੈ। ਆਮ ਲੋਕ ਹਮੇਸ਼ਾ ਇਸੇ ਚੱਕਰ 'ਚ ਹੀ ਰਹਿੰਦੇ ਨੇ। ਠੀਕ ਉਸੇ ਤਰ੍ਹਾਂ ਹੀ ਇਹ ਸਿਆਸਤਦਾਨ ਵੀ ਚੱਕਰ 'ਚ ਪਾ ਕੇ ਰੱਖਦੇ ਨੇ, ਤਾਂ ਪਤਾ ਨਹੀਂ ਲੱਗਦਾ ਆਮ ਲੋਕਾਂ ਨੂੰ ਕਿ ਇਹ ਕਰਨ ਤੇ ਕੀ ਕਰਨ, ਕਿਹਨੂੰ ਵੋਟ ਪਾਉਣ, ਕਿਹਨੂੰ ਵੋਟ ਨਾ ਪਾਉਣ। ਕਿਉਂਕਿ ਇਹ ਸਿਆਸਤਦਾਨ ਕੋਈ ਗੇਮ ਹੀ ਨਹੀਂ ਖੋਲ੍ਹਦੇ ਪਏ, ਆਪਣੇ ਪੱਤੇ ਨਹੀਂ ਦੱਸਦੇ ਪਏ। ਇਹ ਪੱਤੇ ਦੱਸਣਾ ਪਤਾ ਨਹੀਂ ਗੇਮ ਖੇਡਣ ਨੂੰ ਕਹਿੰਦੇ ਨੇ, ਪਤਾ ਨਹੀਂ ਚਲਾਕੀਆਂ ਨੂੰ ਕਹਿੰਦੇ ਨੇ। ਔਰ ਆਮ ਲੋਕ ਕਹਿੰਦੇ ਨੇ ਪੱਤੇ ਦੱਸਣ ਦਾ ਮਤਲਬ ਇਹ ਹੈ ਕਿ ਭਾਈ
ਤੁਸੀਂ ਦੱਸੋ ਤਾਂ ਸਹੀ ਕਰਨਾ ਕੀ ਚਾਹੁੰਦੇ ਹੋ, ਤਾਂ ਕਿ ਸਾਡੇ ਪੱਲੇ ਕੁਝ ਪਵੇ ਤੇ ਅਸੀਂ ਤੁਹਾਡਾ ਸਾਥ ਦਈਏ, ਅਸੀਂ ਇਹ ਸੋਚੀਏ ਕਿ ਤੁਹਾਡਾ ਸਾਥ ਦਈਏ ਜਾਂ ਕਿਸੇ ਹੋਰ ਦਾ ਸਾਥ ਦਈਏ। ਇਸੇ ਕਰਕੇ ਇਹ ਮੁੱਠੀ ਬੰਦ ਰੱਖਦੇ ਨੇ, ਕਿਉਂਕਿ ਸਿਆਣੇ ਕਹਿੰਦੇ ਨੇ ਨਾ, ਜਦੋਂ ਤੱਕ ਮੁੱਠੀ ਬੰਦ ਹੈ ਉਦੋਂ ਤੱਕ ਉਹਦੀ ਕੀਮਤ ਹੈ, ਜਦੋਂ ਮੁੱਠੀ ਖੋਲ ਦਿੱਤੀ ਉਦੋਂ ਤੱਕ ਉਹਦੀ ਕੋਈ ਕੀਮਤ ਰਹਿ ਨਹੀਂ ਜਾਂਦੀ, ਕਿਉਂਕਿ ਸਭ ਕੁਝ ਲੋਕਾਂ ਨੂੰ ਪਤਾ ਲੱਗ ਗਿਆ। ਤਾਂ ਗੱਲ ਮਾਮਲਾ ਹੁਣ ਸੀਐਮ ਦੇ ਚਿਹਰੇ ਤੇ ਆ ਕੇ ਟਿਕਿਆ ਹੈ। ਤਾਂ ਇਹ ਇੱਕ ਸਿਆਸਤ ਦੀ ਗੇਮ ਹੈ ਕਿ ਪਾਰਟੀਆਂ ਕਈ ਵਾਰ ਸਿਆਸਤ ਖੇਡਦੇ ਹੋਏ ਚੋਣਾਂ ਦੇ ਦੌਰਾਨ ਹੀ ਸੀਐਮ ਦਾ ਚਿਹਰਾ ਅਨਾਉਂਸ ਕਰ ਦਿੰਦੀਆਂ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇਸ ਤਰ੍ਹਾਂ ਫਾਇਦਾ ਹੋਏਗਾ, ਵੋਟਾਂ ਜ਼ਿਆਦਾ ਆਉਣਗੀ। ਤੇ ਕਈ ਵਾਰ ਉਹ ਸੀਐਮ ਦਾ ਚਿਹਰਾ ਛੁਪਾ ਕੇ ਰੱਖਦੇ ਨੇ, ਲੁਕੋ ਕੇ ਰੱਖਦੇ ਨੇ ਕਿ ਵਕਤ ਆਏ ਤੇ ਦੱਸਾਂਗੇ, ਚੋਣਾਂ ਜਿੱਤਣ ਤੋਂ ਬਾਅਦ ਦੱਸਾਂਗੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸਸਪੈਂਸ ਬਣਾ ਕੇ ਰੱਖਣੀ ਚਾਹੀਦੀ ਹੈ, ਇਸ ਦੇ ਨਾਲ ਵੋਟਾਂ ਜ਼ਿਆਦਾ ਆਉਣਗੀਆਂ, ਅਸੀਂ ਜਿੱਤ ਸਕਦੇ ਹਾਂ। ਸੋ ਇਹ ਸਾਰੀਆਂ ਗੇਮਸ ਨੇ, ਲੋਕਾਂ ਨੂੰ ਚਾਹੀਦਾ ਇਹਨਾਂ ਗੇਮਸ ਤੋਂ ਸਾਵਧਾਨ ਰਹਿਣ, ਇਹਨਾਂ ਗੇਮਸ ਨੂੰ ਸਮਝਣ ਤੇ ਸੋਚ ਸਮਝ ਕੇ ਆਪਣੀ ਵੋਟ ਦੇਣ। ਭਾਰਤ ਦੀ ਸਿਆਸਤ 4 ਪੁਆਇੰਟਸ ਦੇ ਉੱਤੇ ਟਿਕੀ ਹੋਈ ਹੈ। ਪਹਿਲਾ ਧਰਮ, ਦੂਜਾ ਜ਼ਾਤ, ਤੀਜਾ ਇਲਾਕਾ, ਚੌਥਾ ਬੋਲੀ। ਇਹ ਚਾਰਾਂ ਮੁੱਦਿਆਂ ਦੇ ਉੱਤੇ ਸਿਆਸਤਦਾਨ ਜਾਣ-ਬੁੱਝ ਕੇ, ਸੋਚ ਸਮਝ ਕੇ ਐਸੇ ਭਾਸ਼ਣ ਦਿੰਦੇ ਨੇ, ਐਸੀ ਵਿਚਾਰਧਾਰਾ ਦਿੰਦੇ ਨੇ ਕਿ ਲੋਕਾਂ ਦੀਆਂ ਭਾਵਨਾਵਾਂ ਭੜਕਣ ਤੇ ਉਹ ਭਾਵਨਾਵਾਂ ਦੇ ਵਿੱਚ ਆ ਕੇ ਉਹਨਾਂ ਦੇ ਹੱਕ ਦੇ ਵਿੱਚ ਵੋਟਾਂ ਪਾਉਣ, ਜਿਵੇਂ ਉਹ ਚਾਹੁੰਦੇ ਨੇ ਉਵੇਂ ਕਰਨ। ਤਾਂ ਕਈ ਮਾਹਿਰ ਮੰਨਦੇ ਨੇ ਕਿ ਇਹ ਸਾਰੀ ਗੇਮ ਤੇ ਆਜ਼ਾਦੀ ਤੋਂ ਬਾਅਦ ਹੀ ਸ਼ੁਰੂ ਹੋ ਗਈ ਸੀ, ਤਕਰੀਬਨ 10 ਸਾਲ ਬਾਅਦ ਹੀ ਸ਼ੁਰੂ ਹੋ ਗਈ ਸੀ ਤੇ ਹੁਣ ਤੱਕ ਚੱਲਦੀ ਪਈ ਹੈ। ਤੇ ਪਰ ਕਈ ਮਾਹਿਰ ਮੰਨਦੇ ਨੇ ਕਿ ਨਹੀਂ, ਇਹ ਤੇ ਆਜ਼ਾਦੀ ਤੋਂ ਪਹਿਲਾਂ ਵੀ ਸੀ। ਇਹਨਾਂ ਮੁੱਦਿਆਂ ਦੇ ਉੱਤੇ ਆਧਾਰਿਤ ਹੋ ਕੇ ਹੀ ਤਾਂ ਭਾਰਤ ਦੀ ਵੰਡ ਹੋਈ, ਜਿਹੜਾ ਪਾਕਿਸਤਾਨ ਤੇ ਹਿੰਦੁਸਤਾਨ ਬਣਿਆ। ਇਹ ਸੋਚ ਤਾਂ ਸ਼ੁਰੂ ਤੋਂ ਹੀ ਹੈ। ਇਹ ਚਾਰਾਂ ਮੁੱਦਿਆਂ ਨੂੰ ਲੈ ਕੇ ਜੋ ਸਾਡੀ ਸੋਚ ਵਿੱਚ ਸ਼ੁਰੂ ਤੋਂ ਤੁਰੇ ਆ ਰਹੇ ਨੇ, ਇਹਨਾਂ ਚਾਰਾਂ ਮੁੱਦਿਆਂ ਨੂੰ ਲੈ ਕੇ ਹੀ ਹਰ ਤਰ੍ਹਾਂ ਦੀ ਸਿਆਸਤ ਖੇਡੀ ਜਾਂਦੀ ਹੈ। ਤੇ ਇਸ ਵਕਤ ਵੀ ਸਿਆਸਤ ਦਾ ਬਾਜ਼ਾਰ ਗਰਮ ਹੈ। ਪੰਜਾਬ ਦੇ ਵਿੱਚ ਪ੍ਰਾਈਮ ਮਿਨਿਸਟਰ ਸਾਹਿਬ ਦੀ ਫਿਰੋਜ਼ਪੁਰ ਰੈਲੀ ਦੇ ਦੌਰਾਨ ਜੋ ਸਿਕਿਉਰਿਟੀ ਬ੍ਰੀਚ ਹੋਇਆ ਹੈ, ਉਸ ਨੂੰ ਲੈ ਕੇ ਬੜੇ ਤਰ੍ਹਾਂ ਦੇ ਗੈਰ ਜ਼ਿੰਮੇਵਾਰਾਨਾ ਬਿਆਨ ਆ ਰਹੇ ਨੇ, ਜਿਨ੍ਹਾਂ ਦਾ ਸੰਵਿਧਾਨਿਕ ਪੱਧਰ ਵੀ ਬਹੁਤ ਹੀ ਡਾਊਨ ਹੈ, ਬਹੁਤ ਹੀ ਗਿਆ ਗੁਜ਼ਰਿਆ ਹੈ। ਮਤਲਬ ਇਸ ਤਰ੍ਹਾਂ ਦੇ ਬਿਆਨ ਨਹੀਂ ਆਣੇ ਚਾਹੀਦੇ ਜ਼ਿੰਮੇਵਾਰ ਲੋਕਾਂ ਵੱਲੋਂ, ਐਸੇ ਗੈਰ ਜ਼ਿੰਮੇਦਾਰਾਨਾ ਬਿਆਨ, ਜਦੋਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਮਾਮਲਾ ਸੁਪਰੀਮ ਕੋਰਟ ਕੋਲ ਹੈ, ਕਮੇਟੀ ਬਣ ਚੁੱਕੀ ਹੈ, ਇਨਕੁਆਇਰੀ ਹੋ ਰਹੀ ਹੈ। ਪਰ ਉਸ ਤੋਂ ਬਾਅਦ ਵੀ ਤੁਸੀਂ ਇਸ ਤਰ੍ਹਾਂ ਦੇ ਬਿਆਨ ਦਿੰਦੇ ਹੋ। ਇੱਕ ਬਿਆਨ ਆਇਆ ਕਿ ਸੀਐਮ ਚੰਨੀ ਸਾਹਿਬ ਨੂੰ ਗ੍ਰਿਫਤਾਰ ਕਰ ਲਵੋ, ਉਹਨਾਂ ਨੂੰ ਪਾਵਰ ਵਿੱਚ ਬਣੇ ਰਹਿਣ ਦਾ ਕੋਈ ਹੱਕ ਨਹੀਂ। ਹੁਣ ਇਹ ਬਿਆਨ ਦੇਣਾ ਇੱਕ ਸੰਵਿਧਾਨਿਕ ਅਹੁਦੇ ਤੇ ਬੈਠੇ ਹੋਏ ਸੀਐਮ ਦੇ ਲਈ ਇਹ ਕੋਈ ਜਾਇਜ਼ ਗੱਲ ਨਹੀਂ, ਬਿਲਕੁਲ ਗਲਤ ਗੱਲ ਹੈ। ਕਿਸੇ ਵੀ ਮੁੱਦੇ ਨੂੰ ਤੁਸੀਂ ਸਿਆਸੀ ਰੰਗਤ ਦਿੰਦੇ ਹੋ, ਕਿਸੇ ਵੀ ਮੁੱਦੇ ਨੂੰ ਤੁਸੀਂ ਧਾਰਮਿਕ ਰੰਗਤ ਦਿੰਦੇ ਹੋ, ਇਹ ਕੋਈ ਸਿਆਣੀ ਗੱਲ ਨਹੀਂ। ਸੋਚਣਾ ਇਹ ਚਾਹੀਦਾ ਹੈ ਕਿ ਤੁਹਾਡੀ ਇਸ ਹਰਕਤ ਕਰਕੇ ਦੇਸ਼ ਕਿਸ ਦਿਸ਼ਾ ਵੱਲ ਅੱਗੇ ਵਧ ਰਿਹਾ ਹੈ, ਸਮਾਜ ਕਿਸ ਦਿਸ਼ਾ ਵੱਲ ਅੱਗੇ ਵਧ ਰਿਹਾ ਹੈ। ਕਈ ਵਾਰ ਲੱਗਦਾ ਹੈ ਕਿ ਅੰਗਰੇਜ਼ਾਂ ਨੇ ਜਿਹੜੀ ਇਹ ਕੱਟੜਪੰਥੀ ਦੀ ਸਿਆਸਤ ਸਿਰਜੀ ਸੀ ਆਪਣੇ ਫਾਇਦੇ ਦੇ ਲਈ ਆਜ਼ਾਦੀ ਤੋਂ ਪਹਿਲਾਂ, ਕਿ ਉਹ ਭਾਰਤ ਦੇ ਉੱਤੇ ਹੁਕੂਮਤ ਕਿਵੇਂ ਕਰਨ, ਉਹ ਕੱਟੜਪੰਥੀ ਦੀ ਸਿਆਸਤ ਅੱਜ ਵੀ ਚੱਲ ਰਹੀ ਹੈ। ਉਸ ਤੋਂ 1 ਇੰਚ ਵੀ ਅੱਗੇ ਨਹੀਂ ਵਧੀ, ਉੱਥੇ ਹੀ ਖੜੀ ਹੈ। ਚਾਹੇ ਉਹ ਧੜੇਬਾਜ਼ੀ ਦੀ ਗੱਲ ਹੋਵੇ, ਚਾਹੇ ਉਹ ਕਿਸੇ ਇਨਸਾਨ ਦੀ ਪੂਜਾ ਕਰਨ ਦੀ ਗੱਲ ਹੋਵੇ ਕਿ ਇੱਕ ਇਨਸਾਨ ਨੂੰ ਤੁਸੀਂ ਇੰਨਾ ਕਾਬਿਲ ਇੱਕ ਅਵਤਾਰ ਹੀ ਮੰਨ ਲਵੋ ਕਿ ਉਹਦੇ ਹੀ ਗੁਣ ਗਾਈ ਚਲੋ ਸਾਰਾ ਦਿਨ, ਇਹ ਵੀ ਇੱਕ ਤਰ੍ਹਾਂ ਦੀ ਕੱਟੜਪੰਥੀ ਹੈ। ਤੇ ਤੁਸੀਂ ਕਿਸੇ ਧਰਮ ਨੂੰ ਲੈ ਕੇ ਕੱਟੜਪੰਥੀ ਕਰੋ, ਕਿਸੇ ਸਮਾਜ ਨੂੰ ਲੈ ਕੇ ਕੱਟੜਪੰਥੀ ਕਰੋ, ਕਿਸੇ ਇਲਾਕੇ ਨੂੰ ਲੈ ਕੇ ਕੱਟੜਪੰਥੀ ਕਰੋ, ਕਿਸੇ ਜ਼ਾਤ ਨੂੰ ਲੈ ਕੇ ਕੱਟੜਪੰਥੀ ਕਰੋ, ਕਿਸੇ ਬੋਲੀ ਨੂੰ ਲੈ ਕੇ ਕੱਟੜਪੰਥੀ ਕਰੋ। ਇਹ ਤੁਸੀਂ ਸੋਚੋ ਇਹ ਕਿਸ ਦਿਸ਼ਾ ਵੱਲ ਅੱਗੇ ਵਧ ਰਹੇ ਹੋ। ਤੇ ਜਦੋਂ ਇੱਕ ਜਨਰੇਸ਼ਨ ਐਸੀ ਵੀ ਹੈ ਸਾਡੇ ਭਾਰਤ ਦੇ ਵਿੱਚ, ਬਲਕਿ ਅਸੀਂ ਦੇਖਦੇ ਹਾਂ ਕਿ ਪੂਰਾ ਆਵਾ ਹੀ ਉੱਤਿਆ ਪਿਆ, ਉਹ ਜਨਰੇਸ਼ਨ ਜਿਹੜੀ ਆਪਣੀਆਂ ਜੜ੍ਹਾਂ ਤੋਂ ਬਿਲਕੁਲ ਟੁੱਟ ਚੁੱਕੀ ਹੈ। ਪਤਾ ਨਹੀਂ ਉਹ ਕਿਹੜੀ ਜਨਰੇਸ਼ਨ ਹੈ। ਉਹਨਾਂ ਦੇ ਉੱਤੇ ਮੀਡੀਆ ਦਾ, ਉਹਨਾਂ ਦੇ ਉੱਤੇ ਮਾਰਕੀਟਿੰਗ ਦਾ, ਉਹਨਾਂ ਦੇ ਉੱਤੇ ਬ੍ਰਾਂਡਸ ਦਾ ਇਹ ਸਭ ਇੰਨਾ ਅਸਰ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਆਉਣ ਵਾਲੀ ਪੀੜ੍ਹੀ। ਇਹ ਭਾਰਤ ਦੀਆਂ ਜੋ ਮੂਲ ਜੜ੍ਹਾਂ ਨੇ, ਸਾਡੇ ਸੰਸਕਾਰ, ਸਾਡੇ ਸੱਭਿਆਚਾਰ ਤੋਂ ਟੁੱਟੀ ਹੋਈ ਹੈ। ਇਹਨਾਂ ਨੂੰ ਕਿਸੇ ਵੇਲੇ, ਕਿਸੇ ਵਕਤ ਕਿਧਰੇ ਵੀ ਮੋੜਿਆ ਜਾ ਸਕਦਾ ਹੈ। ਇਸ ਕਰਕੇ ਇਹਨਾਂ ਨੂੰ ਸੰਭਾਲਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਹਾਲਾਂਕਿ ਬਹੁਤ ਸਾਰੇ ਐਸੇ ਨੌਜਵਾਨ ਨੇ ਜਿਨ੍ਹਾਂ ਦੇ ਅੰਦਰ ਉਹਨਾਂ ਦੇ ਮਾਤਾ ਪਿਤਾ ਨੇ ਐਸੇ ਸੰਸਕਾਰ ਦਿੱਤੇ ਹੋਏ ਨੇ ਕਿ ਉਹ ਭਟਕਦੇ ਨਹੀਂ। ਪਰ ਅਸੀਂ ਭਟਕਾਓ ਦੇਖਦੇ ਹਾਂ ਆਪਣੇ ਪੰਜਾਬ ਦੇ ਅੰਦਰ, ਆਪਣੇ ਭਾਰਤ ਦੇ ਅੰਦਰ। ਇਹ ਭਟਕਾਓ ਹੀ ਹੈ ਜਿਹੜਾ ਨਸ਼ਿਆਂ ਵੱਲ ਲੈ ਕੇ ਗਿਆ ਨੌਜਵਾਨਾਂ ਨੂੰ, ਕਿਉਂਕਿ ਬੇਰੁਜ਼ਗਾਰੀ ਵੀ ਹੈ, ਇਹ ਵੀ ਭਟਕਾਓ ਹੈ। ਇਸ ਭਟਕਾਓ ਤੋਂ ਬਚਣ ਵਾਸਤੇ, ਬੇਰੁਜ਼ਗਾਰੀ ਦੇ ਭਟਕਾਓ ਤੋਂ ਬਚਣ ਵਾਸਤੇ, ਟੈਨਸ਼ਨਸ ਤੋਂ, ਪ੍ਰੈਸ਼ਰਸ ਤੋਂ ਬਚਣ ਵਾਸਤੇ ਨਸ਼ਿਆਂ ਵੱਲ ਨੌਜਵਾਨ ਚਲੇ ਗਏ। ਤੇ ਅੱਜ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਨਸ਼ਿਆਂ ਦਾ ਮੁੱਦਾ ਹੈ।
ਇਸ ਦੇ ਬਾਰੇ ਕੋਈ ਪਾਰਟੀ ਕੁਝ ਨਹੀਂ ਬੋਲਦੀ। ਹਾਂ, ਗੱਲਾਂ ਬਹੁਤ ਹੋ ਰਹੀਆਂ ਨੇ, ਬਹੁਤ ਦੇਰ ਤੋਂ ਬਹੁਤ ਗੱਲਾਂ ਹੋ ਰਹੀਆਂ ਨੇ, ਪਰ ਕੋਈ ਸਿਆਸੀ ਆਗੂ ਕੁਝ ਨਹੀਂ ਬੋਲਦਾ ਕਿ ਇਸ ਮੁੱਦੇ ਦਾ ਕਰਨਾ ਕੀ ਹੈ। ਮੈਨੀਫੈਸਟੋ ਦੇ ਵਿੱਚ ਜ਼ਰੂਰ ਲਿਖਦੀਆਂ ਨੇ ਹਰ ਸਿਆਸੀ ਪਾਰਟੀਆਂ ਕਿ ਇਸ ਮੁੱਦੇ ਨੂੰ ਜੜ੍ਹਾਂ ਤੋਂ ਖਤਮ ਕਰਨਾ ਹੈ, ਪਰ ਇਹ ਮੁੱਦਾ ਸਾਡੀਆਂ ਜੜ੍ਹਾਂ ਖਤਮ ਕਰਦਾ ਪਿਆ, ਸਾਨੂੰ ਜੜ੍ਹਾਂ ਤੋਂ ਬਿਨਾਂ ਕਰਦਾ ਪਿਆ, ਕਿਉਂਕਿ ਅਸੀਂ ਆਪਣੀਆਂ ਜੜ੍ਹਾਂ ਤੋਂ ਟੁੱਟ ਚੁੱਕੇ ਹਾਂ, ਅਸੀਂ ਆਪਣੇ ਸੱਭਿਆਚਾਰ ਤੋਂ ਟੁੱਟ ਚੁੱਕੇ ਹਾਂ, ਅਸੀਂ ਆਪਣੇ ਗੁਰੂਆਂ ਪੀਰਾਂ ਦੀਆਂ ਸਿੱਖਿਆਵਾਂ ਤੋਂ ਟੁੱਟ ਚੁੱਕੇ ਹਾਂ। ਇਸ ਕਰਕੇ ਹਰ ਸਿਆਸੀ ਪਾਰਟੀ ਦਾ ਇਹ ਜ਼ਿੰਮਾ ਹੈ ਕਿ ਉਹ ਉਹਨਾਂ ਸਿੱਖਿਆਵਾਂ ਦੇ ਮੁਤਾਬਿਕ ਪੰਜਾਬ ਦਾ ਨਿਰਮਾਣ ਕਰੇ, ਪੰਜਾਬ ਦੀ ਸਿਆਸਤ ਦਾ ਨਿਰਮਾਣ ਕਰੇ, ਪੰਜਾਬ ਦੇ ਸਮਾਜ ਦਾ ਨਿਰਮਾਣ ਕਰੇ, ਜੋ ਗੁਰੂਆਂ ਪੀਰਾਂ ਦੀਆਂ ਸਿੱਖਿਆਵਾਂ ਨੇ, ਜਿਨ੍ਹਾਂ ਕਰਕੇ ਸਾਡੀ ਧਰਤੀ ਪੂਰੀ ਦੁਨੀਆ ਦੇ ਵਿੱਚ ਜਾਣੀ ਜਾਂਦੀ ਹੈ, ਸਾਡਾ ਪੰਜਾਬ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਹੈ। ਇਸ ਕਰਕੇ ਕਿਸੇ ਵੀ ਮੁੱਦੇ ਨੂੰ ਸਿਆਸੀ ਰੰਗਤ ਦੇਣਾ, ਕਿਸੇ ਵੀ ਮੁੱਦੇ ਨੂੰ ਧਾਰਮਿਕ ਰੰਗਤ ਦੇਣਾ, ਇਹ ਗਲਤ ਹੈ। ਇਸ ਤੋਂ ਪਹਿਲਾਂ ਇਹ ਸੋਚ ਲੈਣਾ ਚਾਹੀਦਾ ਹੈ ਕਿ ਅਸੀਂ ਆਪਣੇ ਦੇਸ਼ ਨੂੰ, ਜਨਰੇਸ਼ਨ ਨੂੰ ਕਿੱਧਰ ਲੈ ਕੇ ਜਾ ਰਹੇ ਹਾਂ, ਕਿਹੜੀ ਦਿਸ਼ਾ ਵੱਲ ਅੱਗੇ ਵਧਾ ਰਹੇ ਹਾਂ। ਇਹ ਜਿਹੜਾ ਹੇਟਰੇਡ ਦਾ ਪੋਲਿਟਿਕਸ ਹੈ ਕਿ ਲੋਕਾਂ ਦੇ ਅੰਦਰ ਦੂਜੇ ਧਰਮ ਦੇ ਲੋਕਾਂ ਵਾਸਤੇ, ਦੂਜੇ ਇਲਾਕਿਆਂ ਦੇ ਲੋਕਾਂ ਵਾਸਤੇ, ਦੂਜੀ ਬੋਲੀ ਬੋਲਣ ਵਾਲੇ ਲੋਕਾਂ ਦੇ ਵਾਸਤੇ, ਦੂਜੀ ਜ਼ਾਤ ਦੇ ਲੋਕਾਂ ਦੇ ਵਾਸਤੇ ਨਫ਼ਰਤ ਭਰ ਦਿਓ। ਇਹ ਨਫ਼ਰਤ ਦੀ ਜਿਹੜੀ ਰਾਜਨੀਤੀ ਹੈ ਨਾ, ਇਸ ਨੂੰ ਸਟਾਪ ਕਰਨਾ ਹੈ, ਕਿਉਂਕਿ ਇਹ ਨਫ਼ਰਤ ਦੀ ਰਾਜਨੀਤੀ ਕਿਸੇ ਦੇ ਹੱਕ ਵਿੱਚ ਨਹੀਂ ਹੈ। ਜੋ ਇਸ ਨੂੰ ਕ੍ਰੀਏਟ ਕਰਦੇ ਨੇ, ਜੋ ਇਸ ਦੀ ਸਿਰਜਣਾ ਕਰਦੇ ਨੇ, ਉਹਨਾਂ ਦੇ ਹੱਕ ਵਿੱਚ ਵੀ ਨਹੀਂ ਹੈ, ਕਿਉਂਕਿ ਉਹ ਆਪ ਵੀ ਆਪਣੇ ਵਾਸਤੇ ਖੁਦ ਖਤਰਾ ਪੈਦਾ ਕਰ ਰਹੇ ਨੇ ਇਸ ਤਰ੍ਹਾਂ ਦੀ ਰਾਜਨੀਤੀ ਕਰਕੇ। ਇਸ ਕਰਕੇ ਇਹ ਸੁਪਰੀਮ ਕੋਰਟ ਦਾ ਮੈਟਰ ਹੈ, PM ਸਿਕਿਉਰਿਟੀ ਬ੍ਰੀਚ ਦਾ। ਇਸ ਨੂੰ ਸੁਪਰੀਮ ਕੋਰਟ ਦੇ ਕੋਲ ਹੀ ਰਹਿਣ ਦਈਏ ਔਰ ਸੁਪਰੀਮ ਕੋਰਟ ਨੂੰ ਹੀ ਇਹਦੇ ਉੱਤੇ ਫੈਸਲਾ ਕਰਨ ਦਈਏ, ਕਿਉਂਕਿ ਅਸੀਂ ਸਾਰੇ ਹੀ ਸੁਪਰੀਮ ਕੋਰਟ ਦੀ ਕਾਬਲੀਅਤ ਨੂੰ ਜਾਣਦੇ ਹਾਂ, ਪਛਾਣਦੇ ਹਾਂ। ਇਹ ਸੰਵਿਧਾਨ ਹੈ ਸਾਡਾ ਭਾਰਤ ਦਾ, ਸਾਨੂੰ ਆਪਣੇ ਭਾਰਤ ਦੇ ਸੰਵਿਧਾਨ ਦੇ ਉੱਤੇ ਵਿਸ਼ਵਾਸ ਹੋਣਾ ਚਾਹੀਦਾ ਹੈ। ਇਸ ਕਰਕੇ ਕੋਈ ਵੀ ਗੈਰ ਸੰਵਿਧਾਨਿਕ ਸਟੇਟਮੈਂਟ, ਕੋਈ ਵੀ ਐਸਾ ਐਲਾਨ ਸਾਨੂੰ ਆਪਣੇ ਮੂੰਹੋਂ ਨਹੀਂ ਕੱਢਣਾ ਚਾਹੀਦਾ ਜੋ ਸਾਡੇ ਸੰਵਿਧਾਨ ਦੇ ਗਰਿਮਾ ਦੇ ਖਿਲਾਫ ਹੋਵੇ, ਜੋ ਸਾਡੇ ਭਾਰਤ ਦੀ ਸੰਸਕ੍ਰਿਤੀ ਸੰਸਕਾਰਾਂ ਦੇ ਖਿਲਾਫ ਹੋਵੇ। ਇਸ ਕਰਕੇ ਸਿਆਣੇ ਕਹਿੰਦੇ ਨੇ, ਪਹਿਲਾਂ ਤੋਲੋ ਫਿਰ ਬੋਲੋ। ਸਾਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਚੋਣ ਦੰਗਲ ਦਾ ਹਿੱਸਾ ਬਣੇ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ੍ਰੀ ਅਕਾਲ ਜੀ।